तेग बहादुर सिमरिए करनौ निध आवे ताए। तेग बहादुर सिमरिए करनौ निध आवे ताए। सब थाई होए सहाय, सब थाई होए सहाय, सब थाई होए सहाय, सब थाई होए सहाय। तेग बहादुर सिमरिए करनौ निध आवे ताए। तेग बहादुर सिमरिए करनौ निध आवे ताए। सब थाई होए सहाय, 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 सब थाई होए सहाय। तेग बहादुर सिमरिए करनौ निध आवे ताए। तेग बहादुर सिमरिए करनौ निध आवे ताए। करनौ निध आवे ताए, करनौ निध आवे ताए। वाहे गुरु। वडा तेरा दरबार सच्चा तुद तखत। शीर्षागा पातशाह गो नेचल चौर छत। पौड़ी बढ़िया वड्डा भार तेरा मरतबा, रंग बिरंग अनेक जप मरतबा। जिया अंदर जियो सबके जानदा, सबके सेरे वस तेरा कर भला। तेरे घर नंद बधाई तुद घर, मान महत तेज अपना आप जर। सर्व कला भरपूर दिसै जत कथा, नानक दासन दास सुध आगे बिनवता। तेरा जी तेरा नाम सत है वाहे। पौड़ी वडी होड़ाया पार तेरा मर्तबा, रंग परंग नेक ना जापन करतबा। जिया अंदर जियो सबकी जान ला, सबके तेरे बस तेरा कर पला। तेरा कर आनंद उधाई तुद कर मान महता, तेजे अपना आप जर। सर्व कला भरपूर दिसै जत कथा, नानक दासन दास तुदे आगे बिनवता श्रु। पवन गुरु पानी पिता माता तरत महत, दिवस रात दोए दाई दाया खेलै सगल जगत। चंगियाइयां बुराइयां वाचे धर्म हदूर, करमी आपो अपनी के नेड़े के दूर। जिनी नाम ते आया गए मशक्कत का, नानक ते मुख उजले कीती छुट्टी नाल। वाहिगुरु जी का खालसा, वाहिगुरु जी की फतेह।
ਸ੍ਰੀ ਵਾਹਿਗੁਰੂ। ਗੁਰੂ ਨਾਨਕ ਪਾਦ ਸਿਮਰੋ ਅੰਗਦ ਦੁਖ ਗੁਰ ਅਮਰਦਾਸ ਹਿਰਦੈ ਨਿਤ ਧਿਆਵੋ ਹਿਰਦੈ ਸ਼੍ਰੀ ਗੁਰੂ ਰਾਮ ਗੁਰੂ ਅਰਜਨ ਬਿਘਨਨ ਕੇ ਬਿਘਨਨ ਹਰ ਗੋਬਿੰਦ ਸ਼ੁਭ ਮਤ ਸ਼੍ਰੀ ਹਰਿ ਰਾਏ ਨਾਮੋ ਕਰ ਜੋਰੀ ਨਾਮੋ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਕਰੋ ਤਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਏਕ ਓੰਕਾਰ ਸਤਿਗੁਰ ਤੈਂ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਤਬੇ ਵਿਚਾਰਿਓ ਖਾਲਸੇ ਆਇਓ ਵੇਲਾ ਸੋਏ। ਜੋ ਸ਼੍ਰੀ ਮੁਖ ਤੇ ਆਖਿਓ ਸਤਿਗੁਰ ਸਨਮੁਖ ਹੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋਗੋ ਜੋਗਾ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰਦੇਵ ਦੇ ਪਾਵਨ ਪਵਿੱਤਰ ਚਰਨ ਕਮਲਾਂ ਅੰਦਰ जुड़ बैठी गुरु की साजी और नवाजी हुई गुरु का खास रूप गुरु खालसा साध संगत जियो धनता दे पुत्र हो। सतगुरु नौवें पातशाह जगत गुरु श्री गुरु तेग बहादुर साहब जी महाराज जी दे पवित्र पावन चरण छो प्राप्त इतिहासक स्थान गुरुद्वारा श्री दुख निवारण साहिब जी दे पावन पवित्र दरबार अंदर जुड़ के गुरु की खुशियां प्राप्त कर रहे। रबी बाणी दे कीर्तन कीर्तनीय ਸਿੰਘਾਂ ਦੀ ਰਸਨਾ ਤੋਂ ਸਰਵਣ ਕੀਤੇ ਹਨ। सजे हुए पिछले पैरों के दीवाना च चल रही गुरु पंथ की कथा गुरु पंथ के इतिहास की कथा बहुत ही अदब सत्कार ते शरदा सहित आप जी निता प्रति हाजरियां भर के सरवण करते।
ਘੱਲੂਘਾਰੇ ਦਾ ਇਤਿਹਾਸ ਚੱਲ ਰਿਹਾ। ਛੋਟਾ ਘੱਲੂਘਾਰਾ ਜੋ ਕਾਹਨੂੰ ਆਣ ਦੀ ਛੰਭ ਦੇ ਇਲਾਕੇ ਵਿੱਚ ਹੋਇਆ। ਪੜੋਲ, ਕਠੂਹਾ, ਬਸੋਹਲੀ, ਜੰਮੂ, ਇਸ ਪਾਸੇ ਤੱਕ ਲਖਪਤ ਰਾਏ ਪਾਪੀ ਬੜੀ ਵੱਡੀ ਫੌਜ ਲੈ ਕੇ ਸਿੰਘਾਂ ਨੂੰ ਮਾਰਨ ਵਾਸਤੇ ਚੜ੍ਹਿਆ। ਸਿੰਘਾਂ ਨੇ ਇਕੱਠੇ ਹੋ ਕੇ ਗੁਰਮਤਾ ਕੀਤਾ, ਕਿਵੇਂ ਲੜੀਏ। ਕੁਝ ਨੇ ਕਿਹਾ ਕਿ ਸਾਹਮਣੇ ਹੋ ਕੇ, ਸਨਮੁਖ ਹੋ ਕੇ ਲੜ ਮਰੀਏ। ਸਿਆਣੇ ਸਿੰਘ ਕਹਿਣ ਲੱਗੇ ਇਹ ਯੋਗ ਨਹੀਂ, ਤੁਰ ਕੇ ਜਾਈਏ, ਪਿੱਛੇ ਆਉਣ ਮੂੰਹ ਮੋੜ ਕੇ ਫਿਰ ਲੜੀਏ, ਫਿਰ ਤੁਰਦੇ ਜਾਈਏ ਤੇ ਲੜਦੇ ਚਲੇ ਜਾਈਏ। ਇਸ ਨੀਤੀ ਨਾਲ ਦੁਸ਼ਮਣ ਨੂੰ ਹਰਾਈਏ। ਪੰਥ ਨੇ ਗੁਰਮਤਾ ਕਰਕੇ ਇਹਦੇ ਤੇ ਮੋਹਰ ਲਾ ਦਿੱਤੀ। ਕਾਹਨੂੰ ਆਣ ਦੇ ਇਲਾਕੇ 'ਚ ਚੱਲਦੇ ਨੇ। ਇੱਕ ਪਾਸੇ ਦਰਿਆ ਭਰ ਕੇ ਵਗ ਰਿਹਾ, ਪਹਾੜ ਦਾ ਪਾਸਾ ਤੱਕਿਆ, ਉਧਰ ਜਾਂਦੇ ਨੇ। ਅੱਗੋਂ ਪਹਾੜੀਏ ਆਣ ਪਏ ਨੇ ਬਸੋਲੀ ਵਾਲੇ ਪਾਸੇ। ਪਿੱਛੋਂ ਤੁਰਕਾਂ ਦੀਆਂ ਫੌਜਾਂ ਨੇ, ਲੱਖੂ ਦੀਆਂ ਫੌਜਾਂ ਨੇ। ਇੱਕ ਪਾਸੇ ਦਰਿਆ ਮਾਰੋ ਮਾਰ ਕਰਕੇ ਵਗ ਰਿਹਾ ਹੈ। ਬੜਾ ਔਖਾ ਸਮਾਂ ਪੰਥ ਦੇ ਉੱਤੇ ਆਇਆ ਹੈ। ਦੁਸ਼ਮਣਾਂ ਦਾ ਜ਼ੋਰ ਲੱਗਾ ਹੋਇਆ, ਇਹਨਾਂ ਨੂੰ ਮਿਟਾ ਦਈਏ, ਮੁਕਾ ਦਈਏ। ਪਰ ਕਲਗੀਆਂ ਵਾਲੇ ਪਾਤਸ਼ਾਹ ਦਾ ਪੰਥ ਹੈ, ਇਹ ਸਤਿਗੁਰਾਂ ਨੇ ਪੈਦਾ ਕੀਤਾ। ਤੇ ਜੇ ਬਾਜਾਂ ਵਾਲੇ ਸਤਿਗੁਰਾਂ ਨੇ ਪੈਦਾ ਕੀਤਾ ਹੈ, ਇਹਨੂੰ ਕਿਵੇਂ ਕੋਈ ਮਿਟਾ ਸਕਦਾ ਸੀ, ਮੁਕਾ ਸਕਦਾ ਸੀ। ਸ਼ਹੀਦੀਆਂ ਹੋਈਆਂ ਨੇ, ਕੁਰਬਾਨੀਆਂ ਹੋਈਆਂ ਨੇ, ਨੁਕਸਾਨ ਬਹੁਤ ਵੱਡਾ ਹੋਇਆ। ਇਸੇ ਕਰਕੇ ਇਹਨੂੰ ਛੋਟਾ ਘੱਲੂਘਾਰਾ ਕਹਿੰਦੇ ਨੇ। ਪਰ ਸਮਾਂ ਪਾ ਕੇ ਪੰਥ ਨੇ ਫਿਰ ਚੜ੍ਹਦੀ ਕਲਾ 'ਚ ਜਾਣਾ। ਸਮੇਂ ਦੀਆਂ ਸਰਕਾਰਾਂ ਨੇ ਜਿੰਨਾ ਇਹਨਾਂ ਨੂੰ ਦੱਬਣਾ ਚਾਹਿਆ, ਇਹ ਉਹਨਾਂ ਉੱਪਰ ਨੂੰ ਉੱਠੇ ਨੇ। ਜਿਵੇਂ ਕਿਸੇ ਗੇਂਦ ਨੂੰ ਕੋਈ ਜ਼ਮੀਨ ਤੇ ਜਿੰਨਾ ਜ਼ੋਰ ਨਾਲ ਮਾਰਦਾ, ਉਹ ਉਨੀ ਉੱਪਰ ਨੂੰ ਉੱਠਦੀ ਹੈ। ਜਰਵਾਣਿਆਂ ਨੇ ਜਿੰਨਾ ਮਾਰਨਾ ਚਾਹਿਆ, ਦੱਬਣਾ ਚਾਹਿਆ, ਪੰਥ ਉਹਨਾਂ ਚੜ੍ਹਦੀ ਕਲਾ ਵਿੱਚ ਗਿਆ ਤੇ ਜਾਵੇਗਾ। ਆਓ ਉਹਨਾਂ ਮਹਾਨ ਸੂਰਬੀਰ ਬਹਾਦਰਾਂ ਦਾ, ਯੋਧਿਆਂ ਦਾ ਇਤਿਹਾਸ ਸਰਵਣ ਕਰੀਏ, ਜਿਨ੍ਹਾਂ ਆਪਣਾ ਖੂਨ ਇਸ ਕਰਕੇ ਡੋਲਿਆ ਕਿ ਸਾਡੇ ਵਾਰਸ ਜਿਹੜੇ ਬਾਅਦ ਵਿੱਚ ਆਉਣ, ਉਹ ਸੁਰਖਰੂ ਹੋ ਕੇ ਸੁੱਖ ਮਾਣ ਸਕਣ। ਕੋਈ ਆਪਣੇ ਨਿੱਜੀ ਸਵਾਰਥਾਂ ਵਾਸਤੇ ਨਹੀਂ ਸਨ ਲੜ ਰਹੇ, ਆਪਣੇ ਧਰਮ ਲਈ, ਆਪਣੇ ਪੰਥ ਨੂੰ, ਧਰਮ ਨੂੰ ਬਚਾਉਣ ਲਈ, ਆਪਣੀਆਂ ਨਸਲਾਂ ਨੂੰ ਬਚਾਉਣ ਲਈ ਲੜ ਰਹੇ ਨੇ। ਆਓ ਇਹ ਮਾਨਾ ਮੱਤਾ ਇਤਿਹਾਸ ਹੈ। ਇਸ ਭਾਈ ਸੁੱਖਾ ਸਿੰਘ ਜੀ ਵਰਗੇ ਜਰਨੈਲਾਂ ਦਾ ਇਤਿਹਾਸ ਹੈ। ਚੜ੍ਹਤ ਸਿੰਘ ਸ਼ੁਕਰ ਚੱਕੀਏ ਵਰਗਿਆਂ ਦਾ ਇਤਿਹਾਸ ਹੈ। ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ ਸਾਹਿਬ ਜੈਸੇ ਮਹਾਨ ਮਰਦ ਦਲੇਰਾਂ ਦਾ ਇਤਿਹਾਸ ਹੈ। ਸਰਵਣ ਕਰਨ ਤੋਂ ਪਹਿਲਾਂ ਹਾਜ਼ਰੀ ਲਵਾਓ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਤਬੇ ਵਿਚਾਰਿਓ ਖਾਲਸੀ, ਆਇਓ ਵੇਲਾ ਸੋਈ। ਪੰਥ ਨੇ ਵਿਚਾਰ ਕੀਤੀ ਕਿ ਅੱਗੋਂ ਪਹਾੜੀਏ ਆ ਰਹੇ ਨੇ। ਇੱਕ ਪਾਸੇ ਦਰਿਆ ਜਿਹੜਾ ਬੜਾ ਭਾਰੀ ਵਗ ਰਿਹਾ, ਦੋ ਸਿੰਘ ਗਏ, ਰੁੜ ਗਏ। ਡੱਲੇ ਵਾਲੀਏ ਸਿੰਘ ਸੀ ਮਿਸਲ ਦੇ। ਤੋ ਸਿੰਘਾਂ ਨੇ ਵਿਚਾਰ ਕੀਤੀ ਕਿ ਹੁਣ ਉਹ ਵੇਲਾ ਆ ਗਿਆ ਖਾਲਸਾ ਜੀ। ਜੋ ਸ਼੍ਰੀ ਮੁਖ ਤੇ ਆਖਿਓ, ਸਤਿਗੁਰ ਸਨਮੁਖ ਹੋਏ। ਜਿਹੜੇ ਬਚਨ ਸਤਿਗੁਰੂ ਕਲਗੀਧਰ ਜੀ ਨੇ ਕਹੇ ਸੀ ਨਾ ਕਿ ਮੇਰਾ ਸਿੰਘ, ਮੇਰਾ ਖਾਲਸਾ ਸਨਮੁਖ ਹੋ ਕੇ ਲੜੇਗਾ,
ਚੌਪਈ ਸਿੱਧੋ ਮੁਖ ਕਰ ਮਰੇ ਜੋ ਸੂਰਾ। ਮਹਾਰਾਜ ਜੀ ਦੇ ਬਚਨ ਨੇ ਜਿਹੜਾ ਸਨਮੁਖ ਹੋ ਕੇ ਸਿੱਧਾ ਮੁਖ ਕਰਕੇ ਵੈਰੀ ਦੀ ਹਿੱਕ ਵਿੱਚ ਵੱਜ ਕੇ ਉਹਨੂੰ ਮਾਰ ਕੇ ਮਰੇ। ਸਵਾ ਲੱਖ ਮੈਂ ਲਿਆਉਂਗਾ ਪੂਰਾ। ਉਹ ਸੂਰਮਾ ਹੈ। ਮਹਾਰਾਜ ਜੀ ਕਹਿੰਦੇ ਉਹ 1.25 ਲੱਖ ਦੇ ਨਾਲ ਲੜਨ ਵਾਲਾ ਸੂਰਮਾ ਮੈਂ ਉਹਨੂੰ ਉਸ ਖਾਤੇ ਵਿੱਚ ਪਾਵਾਂਗਾ ਜਿਹੜਾ ਸਨਮੁਖ ਹੋ ਕੇ ਵੈਰੀ ਦੀ ਹਿੱਕ 'ਚ ਵੱਜ ਕੇ ਉਹਨੂੰ ਮਾਰ ਕੇ ਮਰੇਗਾ, ਸ਼ਹੀਦੀ ਪਾਵੇਗਾ। ਉਹਨੂੰ ਮੈਂ ਉਸ ਗਿਣਤੀ 'ਚ ਪਾਵਾਂਗਾ ਜਿਹੜਾ ਮੰਨੋ ਵੀ 1.25 ਲੱਖ ਨਾਲ ਕੱਲਾ ਲੜਨ ਵਾਲੀ ਗਿਣਤੀ ਵਿੱਚ। ਉਹ ਬਚਨ ਕਲਗੀਧਰ ਦੇ ਪੂਰੇ ਕਰਨ ਦਾ ਹੁਣ ਵਾਕ ਆ ਰਿਹਾ ਹੈ। ਤੋ ਛਾਡੋ ਤਰ ਪੰਥ ਖਿਆਲ। ਉਸ ਵੇਲੇ ਪੰਥ ਨੇ ਪਹਿਲਾਂ ਤਾਂ ਦਰਿਆ ਪਾਰ ਕਰਨ ਦਾ ਸੋਚਿਆ ਸੀ, ਪਰ ਜਦੋਂ ਵੇਖਿਆ ਵੀ ਦਰਿਆ ਤਾਂ ਰੋੜਦਾ, ਦੋ ਸਿੰਘ ਗਏ ਸੀ ਪਤਾ ਕਰਨ ਥਾਂ ਲੈਣ ਵੀ ਦਰਿਆ ਕਿੰਨਾ ਕੁ ਡੂੰਘਾ, ਉਹ ਬਾਹਰ ਹੀ ਨਹੀਂ ਆਏ, ਸਣੇ ਘੋੜਿਆਂ ਰੁੜ ਗਏ। ਫਿਰ ਸਿੰਘਾਂ ਆਖਿਆ ਵੀ ਏਦਾਂ ਦਰਿਆ ਪਾਰ ਕਰਦਿਆਂ ਰੁੜ ਕੇ ਮਰਨ ਨਾਲੋਂ ਚੰਗਾ 10-10 20 ਮਾਰ ਕੇ ਮਲੇਛਾਂ ਨੂੰ ਤਾਂ ਮਰੀਏ। ਇਸ ਤਰ੍ਹਾਂ ਸਿੰਘਾਂ ਨੇ ਦਰਿਆ ਪਾਰ ਕਰਨ ਦਾ ਜਿਹੜਾ ਫੈਸਲਾ ਸੀ ਉਹ ਛੱਡ ਦਿੱਤਾ। ਕਰਿਓ ਪਾਤਸ਼ਾਹੀ ਫਿਰ ਸੁਖ ਨਾਲ। ਸਿੰਘਾਂ ਨੇ ਆਖਿਆ ਕਿ ਹੁਣ ਇਹਨਾਂ ਮਲੇਛਾਂ ਨਾਲ ਲੜੀਏ, ਜੇ ਜਿਉਂਦੇ ਰਹਿ ਗਏ ਤੇ ਸੁਖ ਨਾਲ ਪਾਤਸ਼ਾਹੀਆਂ ਕਰਾਂਗੇ, ਜੇ ਸ਼ਹੀਦੀਆਂ ਪਾ ਗਏ ਤਾਂ ਫਿਰ ਸਤਿਗੁਰਾਂ ਦੇ ਚਰਨਾਂ 'ਚ ਨਿਵਾਸ ਪ੍ਰਾਪਤ ਹੋਵੇਗਾ। ਦੋਹਰਾ ਬਚਨ ਕਏ ਜੋ ਖਾਲਸੇ ਲਏ ਪੰਥ ਸੋਈ ਮਾਨ। ਜਿਹੜੇ ਸਿੰਘਾਂ ਨੇ ਬਚਨ ਅੱਗੇ ਮੁਖੀ ਸਿੰਘਾਂ ਨੇ ਖਾਲਸੇ ਨੇ ਕਹੇ, ਸਾਰੇ ਪੰਥ ਨੇ ਉਹ ਬਚਨ ਮੰਨ ਲਏ। ਚੋਹੂ ਔਰ ਮੁਖ ਕਰ ਚੜੇ ਮੋੜਿਓ ਮੁਖ ਨਾ ਕਾਨ। ਕਹਿੰਦੇ ਜਿਸ ਪਾਸੇ ਵੀ ਮੁਖ ਕਰਕੇ ਚੜੇ ਉੱਥੋਂ ਮੁਖ ਨਹੀਂ ਮੋੜਿਆ ਤੇ ਨਾ ਹੀ ਉਸ ਪਾਸਿਓਂ ਕਾਣ ਕਨੋੜ ਕੀਤੀ। ਚੌਪਈ ਜਿਉ ਵੱਲ ਪਹਾੜ ਕੇ ਖੜੇ। ਹੁਣ ਸਿੰਘ ਫੈਲੇ ਹੋਏ ਸੀ ਦੂਰ ਦੂਰ ਤੱਕ, ਤੇ ਜਿਹੜੇ ਸਿੰਘ ਉਧਰ ਪਹਾੜ ਤੇ ਖੜੇ ਹੋਏ ਸਨ ਉਹ ਪਹਾੜ ਵਾਲੇ ਪਾਸੇ ਨੂੰ ਚੜਨ ਲੱਗੇ। ਹਿੰਮਤ ਕਰ ਪਹਾੜ ਸੋ ਚੜੇ। ਉਹ ਪਹਾੜ ਤੇ ਹਿੰਮਤ ਕਰਕੇ ਚੜਨ ਲੱਗੇ ਵੀ ਦਰਿਆ 'ਚ ਰੁੜਨ ਨਾਲੋਂ ਚੰਗਾ ਵੀ ਪਹਾੜ ਤੇ ਚੜਾਂਗੇ, ਉੱਤੇ ਜਿਹੜੀਆਂ ਫੌਜਾਂ ਨੇ ਪਹਾੜੀਆਂ ਦੀਆਂ ਉਹਨਾਂ ਨਾਲ ਤੁਰਕ ਖੜੇ ਨੇ, ਲੜ ਕੇ ਮਰਾਂਗੇ। ਕਹਿੰਦੇ ਕੁਝ ਸਿੰਘ ਹਿੰਮਤ ਕਰਕੇ ਪਹਾੜ ਤੇ ਚੜੇ ਹਨ। ਅੱਗੇ ਖੜੀ ਪਹਾੜ ਸਿਪਾਹਾ। ਅੱਗੇ ਪਹਾੜੀਆਂ ਦੀ ਸਿਪਾਹੀਆਂ ਦੀ ਫੌਜ ਖੜੀ ਐ। ਸੋ ਦੇਵੈ ਨਹੀਂ ਸਿੰਘਨ ਰਹਾ। ਉਹ ਪਹਾੜ ਵਾਲੇ ਪਾਸਿਓਂ ਅੱਗੋਂ ਸਿੰਘਾਂ ਦਾ ਰਾਹ ਰੋਕਦੇ ਆ, ਰਸਤਾ ਨਹੀਂ ਦਿੰਦੇ ਖਾਲਸੇ ਨੂੰ ਸਿੰਘਾਂ ਨੂੰ। ਮਾਰੇ ਪਾਥਰ ਇੱਟਨ ਬੰਦੂਕ। ਪੱਥਰ ਇੱਟਾਂ ਰੋੜੇ ਮਾਰਦੇ ਨੇ, ਬੰਦੂਕਾਂ ਦੀਆਂ ਗੋਲੀਆਂ ਦਾਗਦੇ ਨੇ। ਆਵੇ ਤੋਪਨ ਗੋਲ ਕੂਕ। ਕਹਿੰਦੇ ਤੋਂ ਤੋਪਾਂ ਦੇ ਗੋਲੇ ਕੂਕਦੇ ਆਉਂਦੇ ਆ, ਸਿੰਘਾਂ ਉੱਤੇ ਪਹਾੜੀਏ ਚਲਾਉਂਦੇ ਹਨ। ਜਹਾਂ ਲਗੇ ਤਨ ਜਾਵੇ ਟੂਟ। ਜਿਸ ਦੇ ਤਨ ਤੇ ਜਿੱਥੇ ਆ ਕੇ ਕੋਈ ਪੱਥਰ ਜਾਂ ਕੋਈ ਗੋਲੀ ਜਾਂ ਗੋਲਾ ਵੱਜਦਾ ਹੈ ਤਨ ਟੁੱਟ ਜਾਂਦਾ ਹੈ। ਅੱਗੇ ਸਿਪਾਹੀ ਖੜੇ ਰਾਜਪੂਤ। ਅੱਗੇ ਸਿਪਾਹੀ ਖੜੇ ਨੇ, ਪਹਾੜੀ ਰਾਜਪੂਤ ਸਦਾਉਂਦੇ ਹਨ ਆਪਣੇ ਆਪ ਨੂੰ। ਦੋਹਰਾ ਤੋ ਸਿੰਘਨ ਨੇ ਜੋਸ਼ ਕਰ ਇਕ ਲਿਓ ਮੋਰਚੋ ਮਾਰ। ਉਸ ਵਕਤ ਸਿੰਘਾਂ ਨੇ ਜੋਸ਼ ਕਰਕੇ ਇੱਕ ਮੋਰਚਾ ਮਾਰ ਲਿਆ, ਕਿਸੇ ਤਰੀਕੇ ਪਹਾੜੀਆਂ ਦਾ ਇੱਕ ਮੋਰਚਾ ਮਾਰ ਕੇ ਸਿੱਧ ਕਰ ਲਿਆ। ਉਹ ਆਏ ਬਹੁਤੇ ਪੜੇ ਉਨ ਦੀਏ ਫੇਰੇ ਉਤਾਰ। ਪਰ ਸਿੰਘ ਥੋੜੇ ਸੀ, ਪਹਾੜੀਏ ਜ਼ਿਆਦਾ ਸੀ। ਇੱਕ ਮੋਰਚਾ ਤਾਂ ਮਾਰਿਆ ਸਿੰਘਾਂ ਨੇ, ਪਰ ਉਧਰੋਂ ਪਹਾੜੀਆਂ ਦੇ ਪਿੰਡਾਂ ਦੇ ਪਿੰਡ ਚੜ ਕੇ ਆ ਗਏ ਅੱਗੋਂ। ਉਹਨਾਂ ਨੇ ਆ ਕੇ ਫਿਰ ਹਮਲਾ ਕੀਤਾ ਸਿੰਘਾਂ ਤੇ, ਫਿਰ ਉੱਥੋਂ ਪਹਾੜ ਤੋਂ ਥੱਲੇ ਲਾ ਦਿੱਤਾ। ਜਿਹੜੇ ਸਿੰਘ ਪਹਿਲਾਂ ਪਹਾੜ ਤੇ ਚੜੇ ਸੀ ਮੋਰਚਾ ਮਾਰ ਕੇ, ਉਹਨਾਂ ਨੂੰ ਫਿਰ ਥੱਲੇ ਉਤਾਰ ਦਿੱਤਾ। ਜੋ ਪਈ ਤੋ ਸਿੰਘਨ ਫਿਰ ਕਿਉ ਉਪਾਓ। ਫਿਰ ਸਿੰਘਾਂ ਨੇ ਉਪਾਅ ਕੀਤਾ। ਤੱਕਿਓ ਉੱਪਰ ਚੜਨ ਕੋ ਦਾਓ। ਪਹਾੜ ਦੇ ਉੱਤੇ ਚੜਨ ਦਾ ਦਾਅ ਤੱਕਣ ਲੱਗੇ। ਲੁਕੇ ਪਹਾੜ ਜੜਨ ਮੈਂ ਤਾਏ। ਉਹ ਹੁਣ ਉੱਤੋਂ ਜਦੋਂ ਮਾਰਦੇ ਸੀ ਪੱਥਰ, ਉਹ ਵੀ ਗੋਲਿਆਂ ਦਾ ਕੰਮ ਹੀ ਕਰਦੇ ਸੀ। ਇੱਟਾਂ ਸੁੱਟਦੇ ਸੀ ਥੱਲੇ ਸਿੰਘਾਂ ਤੇ, ਤਾਂ ਵੀ ਗੋਲਿਆਂ ਵਾਂਗੂ ਉੱਤੋਂ ਜ਼ੋਰ ਦੀ ਆਉਂਦੀ ਸੀ। ਇੱਟ ਬੜੇ ਭਿਆਨਕ ਰੂਪ ਵਿੱਚ ਵੱਜਦੀ ਸੀ। ਸਿੰਘਾਂ ਨੇ ਤਰੀਕਾ ਅਪਣਾਇਆ
ਕਿ ਪਹਾੜਾਂ ਦੀਆਂ ਜਿਹੜੀਆਂ ਜੜ੍ਹਾਂ ਨੇ, ਜਿੱਥੋਂ ਵੀ ਉੱਪਰਲੇ ਪਾਸਿਓਂ ਥੱਲੇ ਨਾ ਦਿਸਦਾ ਹੋਵੇ, ਉਸ ਜੜ੍ਹਾਂ ਦੇ ਨਾਲ ਜਾ ਕੇ ਸਿੰਘ ਲੱਗ ਗਏ। ਖੋਦ ਮਿੱਟੀ ਲੁਕਨ ਕੀਓ ਥਾਏ। ਮਿੱਟੀ ਵਾਲੇ ਕੱਚੇ ਪਹਾੜ ਸੀ, ਉਹਨਾਂ ਵਿੱਚੋਂ ਖੋਦ ਕੇ ਨਾ ਮਿੱਟੀ ਸਿੰਘਾਂ ਨੇ ਵਿੱਚੋਂ ਥੱਲੇ, ਜਿਵੇਂ ਮੋਰਚੇ ਨਹੀਂ ਬੰਕਰ ਬਣਾ ਲਈਦੇ ਵੀ ਉੱਪਰੋਂ ਜੇ ਪੱਥਰ ਰੋੜੇ ਸੁੱਟਣ ਵੀ ਤੇ ਥੱਲੇ ਬਚਾਅ ਹੋ ਸਕੇ, ਇਸ ਤਰੀਕੇ ਦੇ ਨਾਲ ਸਿੰਘਾਂ ਨੇ ਮਿੱਟੀ ਖੋਦ ਕੇ ਟੋਏ ਪਾ ਲਏ। ਜਿਮ ਸਿਰ ਲੁਕੇ ਸੋ ਉੱਪਰ ਵਾਏ। ਬਸ ਉੱਪਰੋਂ ਸਿਰ ਲੁਕ ਜੇ, ਸਿਰ ਦੇ ਉੱਤੇ, ਕਿਉਂਕਿ ਸਿਰ ਤੇ ਹੀ ਆ ਕੇ ਪੱਥਰ ਵਗੈਰਾ ਵੱਜਦੇ ਆ, ਤੇ ਸਿਰ ਲੁਕਾਉਣ ਵਾਸਤੇ ਸਿੰਘਾਂ ਨੇ ਉਸ ਤਰੀਕੇ ਦੇ ਨਾਲ ਨੇਜਿਆਂ ਬਰਛੀਆਂ ਨਾਲ ਹੀ, ਕਰਦਾਂ ਦੇ ਨਾਲ ਹੀ ਟੋਏ ਪੁੱਟ ਲਏ। ਤਿਸ ਬਿਦ ਮਿੱਟੀ ਸਿੰਘਨ ਪੁਟਾਏ। ਓਨੀ ਕੁ ਮਿੱਟੀ ਸਿੰਘਾਂ ਨੇ ਪੁੱਟੀ ਹੈ। ਕਰਦਨ ਛੁਰੀਅਨ ਸਾਥ ਕਟਾਰੀ। ਕਿਸੇ ਦੇ ਗਾਤਰੇ ਕਟਾਰ ਸੀ, ਕਟਾਰ ਨਾਲ ਪੁੱਟਦਾ, ਕਿਸੇ ਕੋਲ ਕਰਦਾ ਛੋਟੀ, ਕਿਸੇ ਕੋਲ ਛੁਰੀ ਹੈ, ਉਹਦੇ ਨਾਲ ਪੁੱਟਦੇ ਹਨ। ਨੇਜਨ ਬਰਛਨ ਸੰਗ ਤਲਵਾਰੀ। ਨੇਜਾਂ ਜਾਂ ਬਰਛਿਆਂ ਤੇ ਤਲਵਾਰਾਂ ਨਾਲ ਵੀ ਮਿੱਟੀ ਖੋਦਦੇ ਹਨ। ਦੋਹਰਾ ਠਹਿਰ ਥਾਉ ਪਗ ਧਰਨ ਕਰ ਕੀਨੇ ਸਿੰਘਨ ਜੋਰ। ਇਹ ਤਾਂ ਸਿੰਘਾਂ ਨੇ ਆਪਣੇ ਪੈਰ ਟਿਕਾਉਣ ਜੋਗੀ ਜਗ੍ਹਾ ਬਣਾ ਲਈ, ਆਪਣਾ ਤਾਣ ਲਾ ਕੇ ਖੁਦਾਈ ਕਰਕੇ ਨਾ ਪਹਾੜਾਂ ਦੀਆਂ ਜੜ੍ਹਾਂ 'ਚ ਆਪਣੇ ਪੈਰ ਧਰਨ ਨੂੰ, ਜਿਵੇਂ ਕੋਈ ਮੋਰਚਾ ਬਣਾਈਦਾ, ਏਦਾਂ ਮੋਰਚਾ ਬਣਾ ਲਿਆ, ਜਗ੍ਹਾ ਬਣਾ ਲਈ ਖਾਲਸੇ ਨੇ। ਜਾਏ ਚੜੇ ਤੈ ਥਾਂ ਖੜੇ ਅੜੇ ਪੀੜੇ ਤਿੰਨ ਕੋਰ। ਉੱਥੋਂ ਫਿਰ ਹੁਣ ਲੜਨ ਵਾਸਤੇ ਥੋੜਾ ਥੋੜਾ ਉੱਪਰ ਨੂੰ ਸਰਕਣ ਲੱਗੇ ਤੇ ਪਹਾੜੀਆਂ ਦੇ ਨਾਲ ਸਿੰਘ ਲੜਨ ਲੱਗੇ ਹਨ। ਭਿਆਨਕ ਜੰਗ ਹੋਣ ਲੱਗਾ। ਚੋਪਈ ਤਬ ਪਹਾੜੀਏ ਆਏ ਕਰ ਸ਼ੋਰ। ਪਹਾੜੀਆਂ ਨੇ ਵੇਖਿਆ ਵੀ ਇਹ ਤਾਂ ਚੜਨ ਲੱਗੇ ਨੇ ਪਹਾੜਾਂ ਦੀਆਂ ਜੜ੍ਹਾਂ 'ਚ, ਉਹਨਾਂ ਨੇ ਵੀ ਜ਼ੋਰ ਪਾਇਆ। ਮਗਰੇ ਕੀਨੋ ਸਿੰਘਨ ਜ਼ੋਰ। ਉਧਰੋਂ ਸਿੰਘਾਂ ਨੇ ਵੀ ਆਪਣਾ ਜ਼ੋਰ ਪਾਇਆ। ਸਿੰਘੋ ਹੱਥੋਂ ਸ਼ਸਤਰ ਛੁੱਟੇ। ਖਾਲਸੇ ਦੇ ਹੱਥੋਂ ਹੁਣ ਤਲਵਾਰਾਂ ਚੱਲਣ ਲੱਗੀਆਂ, ਨੇਜੇ ਬਰਛੇ ਤੇ ਜਿਨ੍ਹਾਂ ਕੋਲ ਬੰਦੂਕਾਂ ਜਾਂ ਤੀਰ ਸਨ ਉਹ ਚੱਲਣ ਲੱਗੇ। ਲਗੇ ਪਰਬਤੀਅਨ ਫਿਰੇ ਅਪੁੱਠੇ। ਪਹਾੜੀਆਂ ਦੇ ਮੂੰਹ ਭੰਨ ਕੇ ਰੱਖ ਦਿੱਤੇ। ਹੁਣ ਉਹ ਪਹਾੜੀਏ ਜਿਹੜੇ ਪਹਿਲਾਂ ਵੱਧ ਕੇ ਆਏ, ਹੁਣ ਮੂੰਹ ਮੋੜ ਕੇ ਪਿੱਛੇ ਜਾਣ ਲੱਗੇ। ਗੈਲ ਸੋ ਸਿੰਘਨ ਬਹੁਤ ਦਬਾਈ। ਜਦੋਂ ਪਿੱਛੇ ਨੱਠੇ ਹੀ ਸਿੰਘਾਂ ਨੇ ਝੱਟ ਪਿੱਛਾ ਉਹਨਾਂ ਦਾ ਦੱਬ ਲਿਆ, ਪੈਰ ਉਹਨਾਂ ਦੀ ਪੈੜ ਦੱਬ ਕੇ ਉਹਨਾਂ ਦੇ ਨਾਲ ਨਾਲ ਹੀ ਪਿੱਛੇ ਚੱਲ ਪਏ। ਲਿਓ ਸੋ ਟਿੱਬਾ ਸਿੰਘਨ ਛੁਡਾਈ। ਉਹ ਮਿੱਟੀ ਦਾ ਉੱਚਾ ਜਿਹਾ ਟਿੱਬਾ ਸੀ, ਪਹਾੜ ਬਣਿਆ ਕੱਚਾ, ਉਹ ਸਿੰਘਾਂ ਨੇ ਦੱਬ ਲਿਆ, ਆਪਣੇ ਕਬਜ਼ੇ 'ਚ ਕਰ ਲਿਆ। ਜੋ ਪਿਆਦੇ ਚੜੇ ਉਤਾਈ। ਜਿਹੜੇ ਪੈਦਲ ਚੱਲਣ ਵਾਲੇ ਸਿੰਘ ਸਨ ਉਹ ਛਾਲ ਮਾਰ ਕੇ ਚੜ ਗਏ ਛੇਤੀ ਨਾਲ ਉੱਤੇ। ਘੋੜੇ ਉਨਕੇ ਚੜੇ ਸੁਨਾਈ। ਪਰ ਘੋੜੇ ਨਹੀਂ ਚੜ ਸਕਦੇ ਸਨ, ਉੱਚਾ ਪਹਾੜ ਸੀ, ਮਿੱਟੀ ਦਾ ਟਿੱਬਾ, ਘੋੜੇ ਨਹੀਂ ਚੜ ਸਕੇ। ਜਿਹੜੇ ਪੈਦਲ ਸਿੰਘ ਸਨ ਉਹ ਚੜ ਗਏ। ਔਰ ਤਕਾਇਓ ਚੜੇ ਕਰਾਓ। ਉੱਥੋਂ ਚੜ ਕੇ ਫੇਰ ਥੋੜਾ ਜਿਹਾ ਅੱਗੇ ਗਏ ਨਾ ਸਿੰਘ, ਜਦੋਂ ਪਹਾੜ ਤੋਂ ਅੱਗੇ ਉਹਨਾਂ ਨੂੰ ਇੱਕ ਰਸਤਾ ਨਜ਼ਰ ਆਇਆ। ਦਰਿਆਓ ਕਰਤ ਥਾਂ ਜਿਤ ਵੱਲ ਢਾਓ। ਉਧਰੋਂ ਦਰਿਆ ਢਾਹ ਮਾਰ ਕੇ ਇਸ ਪਾਸੇ ਜਿੱਧਰ ਨੂੰ ਆ ਰਿਹਾ ਸੀ, ਇਹ ਥਰੜੇ ਪਾਸਿਓਂ ਜਾ ਰਹੇ ਸੀ, ਦਰਿਆ ਉੱਪਰਲੇ ਪਾਸਿਓਂ ਥੱਲੇ ਨੂੰ ਢਾਉਂਦਾ ਹੋਇਆ ਆ ਰਿਹਾ ਸੀ। ਉਸ ਪਾਸੇ ਇੱਕ ਰਸਤਾ ਵੇਖਿਆ। ਸ਼ਸਤਰਨ ਸਿਉ ਤੈ ਰਹਾ ਖੁਦਾਇਆ। ਪਰ ਉੱਥੋਂ ਤਾਂ ਤੁਰ ਕੇ ਲੰਘਣ ਦਾ ਵੀ ਰਾਹ ਔਖਾ ਸੀ, ਘੋੜਿਆਂ ਸਮੇਤ ਲੰਘਣਾ, ਉਹ ਸਿੰਘ ਲੈ ਕੇ ਜਾਣੇ ਸਨ। ਹੁਣ ਉੱਥੇ ਸਿੰਘਾਂ ਦੇ ਕੋਲ ਜਿਹੜੇ ਹਥਿਆਰ ਸੀ, ਸ਼ਸਤਰ, ਉਹਨਾਂ ਨਾਲ ਹੀ ਖੋਦ ਖੁਦਾਈ ਕਰਕੇ ਕੱਚਾ ਰਾਹ ਸੀ, ਉਹ ਕਿਸੇ ਤਰੀਕੇ ਰਾਹ ਬਣਾਉਣ ਲੱਗੇ। ਘੋੜੇ ਕੋ ਤੈ ਚਰਨ ਰਖਾਇਆ। ਕਿਸੇ ਤਰੀਕੇ ਘੋੜਿਆਂ ਦੇ ਪੈਰ ਟਿਕਾਉਣ ਜੋਗੀ ਜਗ੍ਹਾ ਬਣਾ ਲਈ। ਕੋਈ ਬਚੇ ਕੋਈ ਗਿਰ ਜਾਵੇ। ਨਾਲ ਦਰਿਆ ਵਗਦਾ ਥੱਲੇ, ਨਾਲ ਉਹ ਥੋੜਾ ਜਿਹਾ ਪੱਗ ਡੰਡੀ, ਉਹ ਵੀ ਸਿੰਘਾਂ ਨੇ ਹੁਣੇ ਹੁਣੇ ਤਿਆਰ ਕੀਤੀ ਹੈ। ਘੋੜਿਆਂ ਦਾ ਮਸਾਂ ਪੈਰ ਹੀ ਟਿਕਦਾ, ਕਈਆਂ ਦੇ ਘੋੜਿਆਂ ਦੇ ਪੈਰ ਟਿਕ ਕੇ ਉੱਥੋਂ ਲੰਘ ਜਾਂਦੇ ਨੇ, ਕਈਆਂ ਦੇ ਘੋੜਿਆਂ ਦੇ ਪੈਰ ਥਿੜਕ ਜਾਂਦੇ ਤੇ ਉਹ ਦਰਿਆ 'ਚ ਰੁੜ ਕੇ ਸ਼ਹੀਦੀਆਂ ਪਾ ਜਾਂਦੇ ਨੇ। ਗਿਰੇ ਤਹਾਂ ਸੋ ਦਰਿਆਓ ਡੁਬਾਵੇ। ਜਿਹੜਾ ਡਿੱਗ ਜਾਂਦਾ, ਦਰਿਆ ਇੰਨਾ ਵਗ ਰਿਹਾ ਸ਼ੌਂਕਦਾ ਹੋਇਆ ਕਿ ਉਹ ਵਿੱਚ ਹੀ ਰੁੜ ਜਾਂਦਾ, ਸ਼ਹੀਦੀ ਪਾ ਜਾਂਦਾ, ਮੁੜ ਕੇ ਨਜ਼ਰ ਨਹੀਂ ਆਉਂਦਾ। ਮਿਲੇ ਨਾ ਪਿਛਲਨ ਫਿਰ ਸੋ ਅਗਲੇ। ਜਿਹੜੇ ਅੱਗੇ ਲੰਘ ਗਏ ਨੇ ਉਹ ਪਿਛਲਿਆਂ ਨੂੰ ਨਹੀਂ ਰਲਦੇ, ਜਿਹੜੇ ਪਿੱਛੇ ਰਹਿ ਗਏ ਨੇ ਉਹ ਪਿਛਲਿਆਂ ਨਾਲ ਨਹੀਂ ਰਲਦੇ, ਤੇ ਜਿਹੜੇ ਪਿਛਲੇ ਨੇ ਉਹ ਅਗਲਿਆਂ ਨਾਲ ਨਹੀਂ ਰਲਦੇ। ਹਾਂਜੀ, ਜਿਤ ਕੇ ਸੇ ਤਿਤ ਗਏ ਸੋ ਅਗਲੇ। ਜਿੱਧਰ ਅੱਗੇ ਨੂੰ ਕੋਈ ਸਿੰਘ ਜਾ ਰਹੇ ਨੇ ਉਧਰ ਅੱਗੇ ਨੂੰ ਹੀ ਜਾ ਰਹੇ ਨੇ, ਉਹਨਾਂ ਨੂੰ ਪਿਛਲਿਆਂ ਦਾ ਪਤਾ ਹੀ ਨਹੀਂ, ਰਾਹ ਹੀ ਇੰਨਾ ਤੰਗ ਹੈ ਵੀ ਪਿੱਛੇ ਪਤਾ ਹੀ ਨਹੀਂ ਹੈ ਕਿ ਪਿੱਛੋਂ ਕੌਣ ਆ ਰਿਹਾ। ਪਿਛਲੇ ਸੋਚਦੇ ਨੇ
ਵੀ ਅਗਲੇ ਸੁੱਖ ਨਾਲ ਜਾਂਦੇ ਹੋਣੇ ਨੇ, ਉਹ ਤਾਂ ਪਿੱਛੇ ਜਾਂਦੇ। ਜਿਹੜੇ ਅੱਗੇ ਨੇ ਉਹ ਕਹਿੰਦੇ ਪਿਛਲੇ ਚੰਗੇ ਨੇ ਜਿਹੜੇ ਨਹੀਂ ਆਏ, ਕਿਉਂਕਿ ਇੱਕ ਦੂਜੇ ਨੂੰ ਸੁਨੇਹਾ ਦੇਣ ਵਾਲਾ ਨਹੀਂ ਕੋਈ ਰਿਹਾ। ਇਹੋ ਜਿਹਾ ਸਮਾਂ ਬਣਿਆ। ਅੱਗੇ ਲਖਨ ਕੀ ਜਗ੍ਹਾ ਨ ਪਈਏ, ਅੱਗੇ ਇਹੋ ਜਿਹਾ ਤੰਗ ਰਾਹ ਸੀ ਵੀ ਲੰਘਣ ਦਾ ਰਸਤਾ ਨਹੀਂ ਪੈਂਦਾ। ਪਿੱਛੇ ਕਿਤ ਬਿਦ ਪਲਟ ਨ ਜਾਈਏ, ਹੁਣ ਪਿੱਛੇ ਵੀ ਘੋੜੇ ਨਹੀਂ ਮੁੜ ਸਕਦੇ, ਰਸਤਾ ਇੰਨਾ ਕੁ ਸੀ ਵੀ ਮੋੜ ਵੀ ਨਹੀਂ ਸਕਦੇ। ਘੋੜੇ ਮਸਾਂ ਪੈਰ ਟਿਕਾ ਕੇ ਲੰਘ ਰਹੇ ਨੇ, ਅੱਗੇ ਵੀ ਰਾਹ ਨਹੀਂ ਦਿਸਦਾ ਤੇ ਨਾ ਉਹ ਪਿੱਛੇ ਮੁੜ ਸਕਦੇ ਨੇ। ਤੇ ਜਿਹੜੇ ਪਿੱਛੇ ਆ ਰਹੇ ਨੇ ਉਹ ਵੀ ਨਾਲ ਪਿੱਛੇ ਰਾਹ ਦੱਬੀ ਬੈਠੇ ਹਨ। ਭਾਈ ਭੀੜ ਬੋ ਭਰ ਗਿਓ ਰਾਓ, ਕਹਿੰਦੇ ਭੀੜ ਪੈ ਗਈ, ਰਾਹ ਇੱਕ ਵਾਰੀ ਪੂਰਾ ਭਰ ਗਿਆ ਖਚਾ ਖਚ। ਤਿਲਕੇ ਫਿਲਕੇ ਡੁੱਬੇ ਦਰਿਆਓ, ਕਈ ਤਿਲਕੇ ਕਈ ਡਿੱਗ ਪਏ, ਕਈ ਦਰਿਆ ਵਿੱਚ ਰੁੜ ਗਏ। ਦੋਹਰਾ ਅਗਲੇ ਕਏ ਪਿਛਲੇ ਪਲੇ, ਪਿਛਲੇ ਅਗਾਹ ਤਕਾਏ। ਜਿਹੜੇ ਅੱਗੇ ਗਏ ਨੇ ਉਹ ਕਹਿੰਦੇ ਚੰਗਾ, ਪਿੱਛੇ ਜਿਹੜੇ ਰਹਿ ਗਏ ਨੇ ਨਹੀਂ ਆਏ ਵੀ ਉਹ ਪਿਛਲੇ ਚੰਗੇ ਨੇ। ਜਿਹੜੇ ਪਿੱਛੇ ਨੇ ਉਹਨਾਂ ਪਿੱਛੇ ਤੁਰਕਾਂ ਦੀ ਫੌਜ ਸੀ, ਉਹ ਕਹਿੰਦੇ ਅਗਲੇ ਵਧੀਆ ਤਰੀਕੇ ਨਾਲ ਲੰਘ ਗਏ ਨੇ, ਜਿਹੜੇ ਅੱਗੇ ਲੰਘ ਗਏ ਨੇ ਉਹ ਅਗਲਿਆਂ ਨੂੰ ਸੁਖੀ ਮੰਨਦੇ ਆ। ਹੁਣ ਦੱਸੇ ਕੌਣ ਪਿਛਲਿਆਂ ਨੂੰ ਤੇ ਅਗਲਿਆਂ ਨੂੰ ਜਾ ਕੇ ਵੀ ਪਿੱਛੇ ਕੀ ਹਾਲਾਤ ਨੇ ਤੇ ਅੱਗੇ ਕੀ ਨੇ। ਰਸਤਾ ਇਹੋ ਜਿਹਾ ਤੰਗ ਹੈ, ਕੋ ਕਿਸੇ ਨਾ ਕਹਿ ਸਕੇ, ਲਗੇ ਰਾਹ ਤੈ ਜਾਏ। ਕੋਈ ਕਿਸੇ ਨੂੰ ਕੁਝ ਨਹੀਂ ਆ ਕੇ ਦੱਸ ਸਕਿਆ। ਜਿੱਧਰ ਜਿੱਧਰ ਕਿਸੇ ਨੂੰ ਕੋਈ ਰਾਹ ਲੱਭਦਾ ਹੈ, ਜਿੱਧਰ ਕਿਸੇ ਦਾ ਮੂੰਹ ਵੇਖਦਾ ਵੀ ਕਿਸੇ ਨੂੰ ਸੁਝਦਾ ਵੀ ਇਸ ਪਾਸੇ ਨੂੰ ਨਿਕਲੇਗਾ ਰਾਹ, ਉਸ ਪਾਸੇ ਨਿਕਲ ਜਾਂਦਾ। ਏਦਾਂ ਨਿਕਲਣ ਲੱਗੇ ਹਨ। ਜੋ ਪਈ ਰਿਜ਼ਕ ਖਾਨ ਕੀ ਕੌਣ ਚਲਾਵੇ, ਕਹਿੰਦੇ ਪ੍ਰਸ਼ਾਦਾ ਛਕਣ ਨੂੰ ਵੀ ਕਹਿੰਦੇ ਕੌਣ ਗੱਲ ਕਰੇ। ਪਿਛਲੇ ਕਈ ਦਿਨਾਂ ਤੋਂ ਕਹਿੰਦੇ ਲੰਗਰ ਪ੍ਰਸ਼ਾਦਾ ਵੀ ਛਕਣ ਨੂੰ ਨਹੀਂ ਪ੍ਰਾਪਤ ਹੋਇਆ, ਅੰਨ ਛਕਣਾ ਤਾਂ ਕਿਤੇ ਰਿਹਾ। ਪਾਣੀ ਪੀਣੋ ਨੈ ਬਣ ਆਵੇ, ਦਰਿਆ ਦੇ ਕੰਢੇ ਕੰਢੇ ਟੁਰੇ ਜਾਂਦੇ ਨੇ, ਪਾਣੀ ਪੀਣਾ ਵੀ ਨਸੀਬ ਨਹੀਂ ਹੋ ਰਿਹਾ, ਵੀ ਪਾਣੀ ਪੀਣ ਦਾ ਵੀ ਸਮਾਂ ਨਹੀਂ ਵੀ ਉੱਥੋਂ ਪਾਣੀ ਪੀ ਸਕਣ। ਪਰ ਕਿਛ ਕਲਾ ਸੋ ਧਰੀ ਸਰੀਰ, ਪਰ ਮੇਰੇ ਸਾਹਿਬ ਦੀ ਪਤਾ ਨਹੀਂ ਕਿਹੜੀ ਕਲਾ ਹੈ ਜਿਹੜੀ ਉਹਨਾਂ ਸਿੰਘਾਂ ਦੇ ਵਿੱਚ ਫੇਰ ਵੀ ਕਰਮ ਕਰ ਰਹੀ ਹੈ। ਕਈ ਦਿਨਾਂ ਦੇ ਭੁੱਖੇ ਨੇ, ਪਿਆਸੇ ਨੇ, ਪਰ ਗੁਰੂ ਪਾਤਸ਼ਾਹ ਜੀ ਦੀ ਕਲਾ ਗੁਰੂ ਪੰਥ ਦੇ ਵਿੱਚ ਫੇਰ ਉਹਨਾਂ 'ਚ ਤਾਕਤ ਭਰਦੀ ਹੈ, ਫੇਰ ਉਹਨਾਂ 'ਚ ਸੂਰਬੀਰਤਾ ਭਰਦੀ। ਜਦੋਂ ਦੁਸ਼ਮਣ ਆਉਂਦਾ ਮਾਨੋ ਜਿਵੇਂ ਮੁਰਦਿਆਂ 'ਚ ਜਾਨ ਪੈ ਜਾਂਦੀ, ਫਿਰ ਲੜਨ ਨੂੰ ਤਿਆਰ ਹੋ ਜਾਂਦੇ ਨੇ। ਇੱਕ ਅੰਗਰੇਜ਼ ਜਦੋਂ ਜੰਗ ਹੋਇਆ ਨਾ ਅੰਗਰੇਜ਼ਾਂ ਦਾ ਤੇ ਖਾਲਸੇ ਦਾ, ਵੈਸੇ ਜੰਗ ਹਿੰਦ ਪੰਜਾਬ ਦਾ ਲਿਖਿਆ ਸ਼ਾਹ ਮੁਹੰਮਦ ਨੇ, ਜੰਗ ਹਿੰਦ ਪੰਜਾਬ ਦਾ ਹੋਣ ਲੱਗਾ। ਦੋਵੇਂ ਪਾਸੇ ਫੌਜਾਂ ਭਾਰੀਆਂ ਨੇ। ਅੱਜ ਹੋਵੇ ਸਰਕਾਰ ਤੇ ਮੁੱਲ ਪਾਵੇ ਜਿਹੜੀਆਂ ਖਾਲਸੇ ਤੇਗਾਂ ਮਾਰੀਆਂ ਨੇ। ਉਸ ਜੰਗ ਦੇ ਦੌਰਾਨ ਕੀ ਵੇਖਦਾ ਇੱਕ ਅੰਗਰੇਜ਼, ਇੱਕ ਸਿੰਘ ਜਿਹਦੀਆਂ ਲੱਤਾਂ ਕੱਟੀਆਂ ਹੋਈਆਂ ਦੋਵੇਂ, ਇੱਕ ਹੱਥ ਕੱਟਿਆ ਹੋਇਆ ਉਹਦਾ ਤੇ ਧੜ ਜਿਹਾ ਪਿਆ ਜ਼ਮੀਨ ਦੇ ਉੱਤੇ ਤੇ ਸਹਿ ਕਰਿਆ, ਤੇ ਇੱਕ ਹੱਥ 'ਚ ਉਹਦੇ ਤਲਵਾਰ ਹੈ। ਇੱਕ ਅੰਗਰੇਜ਼ ਅਫਸਰ ਉਹਨੇ ਜਾ ਕੇ ਕੋਲ ਵੇਖਿਆ ਵੀ ਇਹੋ ਜਿਹੇ ਹਾਲਾਤ ਵਿੱਚ ਹੈ, ਉਹਦੇ ਮਨ 'ਚ ਰਹਿਮ ਆਇਆ ਤੇ ਪਾਣੀ, ਜਿਵੇਂ ਮੰਨੋ ਵੀ ਇਹਨੂੰ ਮੈਂ ਪਾਣੀ ਪਿਆਵਾਂ ਵੀ ਸਹਿਕਦਾ ਹੈ। ਉਹ ਪਹਿਲਾਂ ਏਦਾਂ ਸੀ ਵੀ ਮਰਿਆ ਪਿਆ, ਬੇਹੋਸ਼ੀ ਦੀ ਹਾਲਤ 'ਚ, ਅੱਖਾਂ ਬੰਦ ਨੇ, ਜ਼ਖਮੀ ਹੈ, ਸਰੀਰ ਲਹੂ ਨਾਲ ਲੱਥ-ਪੱਥ ਹੈ। ਅੰਗਰੇਜ਼ ਜਦੋਂ ਕੋਲ ਗਿਆ ਤੇ ਸਿੰਘ ਦੇ ਹੱਥ 'ਚ ਤਲਵਾਰ ਸੀ, ਜਿਵੇਂ ਕਹਿੰਦੇ ਛਾਲ ਨਹੀਂ ਮਾਰਦਾ, ਹਾਲਾਂਕਿ ਲੱਤਾਂ ਕੋਈ ਨਹੀਂ ਸੀ, ਨਾਲ ਧੜ ਨਾਲੋਂ ਵੱਡੀਆਂ ਹੋਈਆਂ ਸੀ। ਛਾਲ ਮਾਰੀ ਤੇ ਤਲਵਾਰ ਮਾਰ ਕੇ ਅੰਗਰੇਜ਼ ਨੂੰ ਮਾਰਨ ਦਾ ਯਤਨ ਕੀਤਾ ਤੇ ਅੰਗਰੇਜ਼ ਨੇ ਭੱਜ ਕੇ ਪਿੱਛੇ ਜਾਨ ਬਚਾਈ। ਕਹਿੰਦਾ ਹੇ ਰੱਬਾ, ਇਹ ਮਰਨ ਤੋਂ ਬਾਅਦ ਵੀ ਮਾਰਨ ਦੀ ਤਾਕਤ ਰੱਖਦੇ। ਇਹ ਖਾਲਸੇ ਦਾ ਕਿਰਦਾਰ ਸੂਰਮਤਾਈ ਕਿ ਭਾਵੇਂ ਭੁੱਖੇ ਹੋਣ, ਪਿਆਸੇ ਹੋਣ, ਜਦੋਂ ਦੁਸ਼ਮਣ ਚੜ ਕੇ ਆ ਜਾਂਦਾ ਉਦੋਂ ਗੁਰੂ ਸਾਹਿਬ ਦੀ ਇਹੋ ਜਿਹੀ ਕੋਈ ਕਲਾ ਵਰਤਦੀ ਹੈ ਖਾਲਸੇ ਵਿੱਚ, ਫੇਰ ਬਲੀ ਹੋ ਜਾਂਦੇ ਨੇ। ਕਈ ਦਿਨਾਂ ਦੇ ਭੁੱਖੇ ਨੇ, ਪਿਆਸੇ ਨੇ, ਪਰ ਫਿਰ ਵੀ ਗੁਰੂ ਸਾਹਿਬ ਦੀ ਕਲਾ ਦੇ ਨਾਲ ਤੁਰੇ ਜਾਂਦੇ ਨੇ। ਗਿਰੇ ਨਾ ਚਲਨੋ ਧਰੇ ਸੋ ਤੀਰ, ਨਹੀਂ ਤਾਂ ਭੁੱਖੇ ਤੇ ਪਿਆਸੇ ਹੋਣ, ਡਿੱਗ ਜਾਏ ਬੰਦਾ, ਕਹਿੰਦੇ ਧੀਰਜ ਰੱਖ ਕੇ ਫਿਰ ਵੀ ਟੁਰੇ ਜਾ ਰਹੇ ਨੇ, ਡਿੱਗੇ ਨਹੀਂ ਹਨ। ਕਈ ਦਿਨਨ ਕੇ ਭੁੱਖੇ ਸਿੱਖ, ਕਈ ਦਿਨਾਂ ਦੇ ਭੁੱਖੇ ਸਿੱਖ ਹਨ। ਮੰਗਤ ਉਨ ਨੇ ਲੱਭੇ ਭਿੱਖ, ਕਹਿੰਦੇ ਜੇ ਮੰਗਣ ਵੀ ਜਾਣ ਤੇ ਕਿੱਥੇ ਮੰਗਣ, ਵੀ ਪ੍ਰਸ਼ਾਦਾ ਮਿਲ ਜੇ ਕਿਸੇ ਪਿੰਡ ਨਗਰ ਚੋਂ, ਜੇ ਕਿਸੇ ਪਿੰਡ ਦੇ ਕੋਲੋਂ ਦੀ ਲੰਘਦੇ ਵੀ ਨੇ, ਉਹ ਪਿੰਡਾਂ ਵਾਲੇ ਆਪ ਮਾਰਨ ਪੈਂਦੇ ਆ।
ਕਹਿੰਦੇ ਕਿੱਥੋਂ ਭੋਜਨ ਪ੍ਰਾਪਤ ਹੋਵੇ। ਸਗਵਾ ਮਾਰੇ ਦੇਖ ਸੁਥਾਏ। ਉਹ ਪਿੰਡਾਂ ਵਾਲੇ ਜਿੱਥੋਂ ਕੋਈ ਲੰਘਦੇ ਆ ਸਿੰਘ ਤੇ ਉਹਨਾਂ ਨੇ ਪ੍ਰਸ਼ਾਦਾ ਤਾਂ ਕੀ ਦੇਣਾ ਵੀ ਸਿੰਘ ਜੇ ਮੰਗਣ ਜਲ, ਉਹ ਉਲਟਾ ਮਾਰਨ ਆਉਂਦੇ ਆ ਵੇਖ ਕੇ। ਪਾਏ ਰੱਸੇ ਦੋਏ ਤੁਰਕਨ ਫੜਾਏ। ਔਰ ਰੱਸੇ ਪਾ ਕੇ ਸਿੰਘਾਂ ਨੂੰ ਬੰਨ ਕੇ ਤੇ ਤੁਰਕਾਂ ਦੇ ਹਵਾਲੇ ਕਰ ਦਿੰਦੇ ਨੇ। ਇਹੋ ਜਿਹੇ ਮਲੇਛ ਹਨ ਇਹ ਲੋਕ। ਦੋਹਰਾ ਮਾਰਤ ਮਰਤੇ ਦੇਖ ਜਨ ਗਈ ਭਾਜੇ ਉਨ ਭੂਖ। ਭਾਈ ਰਤਨ ਸਿੰਘ ਜੀ ਕਹਿੰਦੇ ਵੀ ਮਾਰਦਿਆਂ ਤੇ ਮਰਦਿਆਂ ਕਈ ਦਿਨ ਹੋ ਗਏ ਨੇ। ਕਹਿੰਦੇ ਮਾਨੋ ਜਿਵੇਂ ਉਹਨਾਂ ਸਿੰਘਾਂ ਦੀ ਭੁੱਖ ਭੱਜ ਹੀ ਗਈ ਹੋਵੇ, ਉਹਨਾਂ ਨੂੰ ਭੁੱਲ ਹੀ ਗਿਆ ਹੋਵੇ ਵੀ ਭੁੱਖ ਵੀ ਹੁੰਦੀ ਹੈ। ਉੱਥੇ ਤਾਂ ਆਪਣਾ ਆਪ ਬਚਾਉਣ ਦੀ ਲੱਗੀ ਸੀ, ਜਾਂ ਮਾਰਨ ਦੀ ਜਾਂ ਮਰਨ ਦੀ। ਭੁੱਖ ਤਾਂ ਕਹਿੰਦੇ ਭੱਜ ਹੀ ਗਈ ਆ ਖਾਲਸੇ ਦੀ ਸਿੰਘਾਂ ਦੀ। ਪਇਓ ਸੰਤੋਖ ਸੋ ਖਾਲਸੇ ਹਰੇ ਦੇਖ ਕੇ ਰੂਖ। ਕਹਿੰਦੇ ਜਦੋਂ ਅੱਗੇ ਜੰਗਲ ਜਿਹਾ ਆਇਆ ਨਾ, ਥੋੜਾ ਜਿਹਾ ਹਰਿਆਵਲ ਜੇ ਹਰੇ ਜੇ ਦਰਖਤ ਦਿਸੇ, ਸਿੰਘਾਂ ਨੂੰ ਵੇਖ ਕੇ ਸਬਰ ਆ ਗਿਆ ਵੀ ਚਲੋ। ਪਹਿਲਾਂ ਤਾਂ ਭੁੱਖ ਭੁੱਲੀ ਹੋਈ ਸੀ ਪਿੱਛੋਂ, ਜਦੋਂ ਅੱਗੇ ਹਰੇ ਜੇ ਦਰਖਤ ਜੇ ਵੇਖੇ, ਚਲੋ ਪੱਤੇ ਵਗੈਰਾ ਖਾ ਕੇ ਹੁਣ ਥੋੜਾ ਬਹੁਤਾ ਸਬਰ ਕਰ ਲਵਾਂਗੇ। ਏਦਾਂ ਸੰਤੋਖ ਆ ਗਿਆ ਖਾਲਸੇ ਨੂੰ। ਉੱਪਰ ਚੜੇ ਸੋ ਖੜ ਰਹੇ ਸੁਨੋ ਤਲਨ ਕੀ ਬਾਤ। ਇਹ ਤਾਂ ਉਹਨਾਂ ਸਿੰਘਾਂ ਦੀ ਗੱਲ ਹੈ ਜਿਹੜੇ ਚੜ ਗਏ ਉੱਪਰ ਨੂੰ ਪਹਾੜ ਨੂੰ। ਹੁਣ ਜਿਹੜੇ ਪਿਛਲੇ ਥੱਲੇ ਰਹਿ ਗਏ ਨੇ ਉਹਨਾਂ ਬਾਰੇ ਵੀ ਸੁਣੋ। ਜਿਹੜੇ ਉੱਤੇ ਗਏ ਉਹ ਤਾਂ ਉੱਤੇ ਹੀ ਖੜੇ ਰਹਿ ਗਏ, ਹੁਣ ਚਲੇ ਗਏ। ਕਿਸੇ ਨੂੰ ਰਸਤਾ ਲੱਭਦਾ, ਕੋਈ ਸੱਜੇ ਕੋਈ ਖੱਬੇ, ਕੋਈ ਦਰਿਆ 'ਚ ਰੁੜਦਾ ਜਾਂਦਾ। ਹੁਣ ਜਿਹੜੇ ਪਿੱਛੇ ਰਹਿ ਗਏ ਤਲਨ ਥੱਲੇ ਰਹਿ ਗਏ ਸਨ ਪਹਾੜਾਂ ਤੋਂ, ਉਹਨਾਂ ਬਾਰੇ ਸੁਣੋ। ਜੈ ਬਿਦ ਸੁਨੀ ਪਿਤਾ ਤੇ ਕਰੋ ਸੋ ਵਖਿਆਤ। ਕਹਿੰਦੇ ਜਿਵੇਂ ਮੈਂ ਆਪਣੇ ਪਿਤਾ ਜੀ ਦੇ ਮੁਖੋਂ ਸੁਣੀ ਹੈ ਭਾਈ ਰਾਏ ਸਿੰਘ ਕੋਲੋਂ, ਮੈਂ ਤਿਵੇਂ ਤੁਹਾਨੂੰ ਸੁਣਾਉਣਾ, ਉਸੇ ਤਰ੍ਹਾਂ ਪ੍ਰਗਟ ਕਰਕੇ ਸੁਣਾਉਂਦਾ ਹਾਂ। ਚੌਪਈ ਨੀਹਲ ਤੁਰਕਨ ਪਾਇਓ ਜ਼ੋਰ। ਜਿਹੜਾ ਪਹਾੜ ਦਾ ਥਲੜਾ ਇਲਾਕਾ ਸੀ ਨੀਹਲ ਦਾ, ਉੱਥੇ ਤੁਰਕਾਂ ਨੇ ਜ਼ੋਰ ਪਾਇਆ। ਜਾਣਿਓ ਸਿੰਘਨ ਭਾਜਣ ਤੋਰ। ਸਿੰਘਾਂ ਦਾ ਤੌਰ ਉਹਨਾਂ ਨੇ ਵੇਖਿਆ ਵੀ ਹੁਣ ਇਹ ਭੱਜਣਾ ਚਾਹੁੰਦੇ ਹਨ। ਸਿੰਘਨ ਉੱਪਰ ਹੱਲਾ ਕਰਾਇਓ। ਤੁਰਕਾਂ ਨੇ ਖਾਲਸੇ ਉੱਤੇ ਥੱਲੇ ਜਿਹੜੇ ਪਹਾੜ ਤੇ ਥੱਲੇ ਸਨ ਸਿੰਘ, ਉਹਨਾਂ ਤੇ ਹੱਲਾ ਬੋਲ ਦਿੱਤਾ। ਛਾੜ ਨਿਸ਼ਾਨਨ ਬਾਜੇ ਬਜਾਇਓ। ਨਿਸ਼ਾਨ ਛੱਡ ਕੇ ਵਾਜੇ ਵਜਾ ਦਿੱਤੇ, ਯਾਨੀ ਕਿ ਨਗਾਰੇ ਛੱਡ ਕੇ ਜਿਹੜੇ ਰਣ ਸਿੰਘੇ ਵਗੈਰਾ ਨੇ ਉਹ ਵਜਾ ਦਿੱਤੇ। ਹੁਕਮ ਦਿਓ ਅਰ ਨਕੀਬ ਫਿਰਾਇਓ। ਹੁਕਮ ਕੀਤਾ ਨਕੀਬ ਫੇਰ ਕੇ। ਪਹਿਲੇ ਲੂਟ ਨ ਕਰਨੀ ਪਾਇਓ। ਕਹਿੰਦੇ ਵੀ ਪਹਿਲਾਂ ਨਹੀਂ ਕਿਸੇ ਨੇ ਲੁੱਟਣਾ। ਲਿਆਵੇ ਸਿੱਖਨ ਕੋ ਸਿਰ ਜੋਈ। ਕਹਿੰਦਾ ਜਿਹੜਾ ਸਿੰਘਾਂ ਦਾ ਸਿਰ ਵੱਢ ਕੇ, ਲੱਖੂ ਨੇ ਹੁਕਮ ਕੀਤਾ ਆਪਣੀ ਫੌਜ ਨੂੰ ਵੀ ਜਿਹੜਾ ਸਿੰਘਾਂ ਦਾ ਸਿਰ ਵੱਢ ਕੇ ਲੈ ਕੇ ਆਵੇਗਾ 5 ਰੁਪਏ ਸਿਰ ਦਿਓ ਤੋਈ। ਕਹਿੰਦਾ ਇੱਕ ਇੱਕ ਸਿਰ ਦਾ 5 ਰੁਪਏ ਨਾਲ ਇਨਾਮ ਦਿਆਂਗਾ, ਫਿਰ ਉਹਦੀ ਲੁੱਟ ਮਾਫ ਵੀ ਹੋਵੇਗੀ। ਪਾਛੇ ਲੂਟ ਮਾਫ ਮੈਂ ਕਰੂੰ। ਕਹਿੰਦਾ ਪਹਿਲਾਂ ਨਹੀਂ ਲੁੱਟਣਾ ਕਿਸੇ ਨੇ। ਕਹਿੰਦਾ ਪਹਿਲਾਂ ਸਿੰਘਾਂ ਨੂੰ ਮਾਰ ਕੇ ਉਹਨਾਂ ਦਾ ਸਿਰ ਵੱਢ ਕੇ ਮੇਰੇ ਕੋਲ ਪੇਸ਼ ਕਰੋ। ਜਿੰਨੇ ਸਿਰ ਲਿਆਓਗੇ ਇੱਕ ਇੱਕ ਸਿਰ ਬਦਲੇ 5 ਰੁਪਏ। ਫਿਰ ਉਹਨਾਂ ਸਿੰਘਾਂ ਦੇ ਕੋਲ ਜਿਹੜਾ ਘੋੜਾ ਹੋਵੇਗਾ, ਕੋਈ ਹਥਿਆਰ ਜਾਂ ਉਹਨਾਂ ਕੋਲ ਜਿਹੜੀ ਮਾਇਆ ਹੋਵੇਗੀ, ਉਹ ਲੁੱਟ ਵੀ ਤੁਹਾਨੂੰ ਮਾਫ ਹੋਵੇਗੀ। ਡੇਰਾ ਸਭ ਜਬ ਕਤਲੋ ਕਰੋ। ਜਦੋਂ ਸਾਰਾ ਡੇਰਾ ਸਿੰਘਾਂ ਦਾ ਕਤਲ ਕਰ ਦਿਆਂਗੇ। ਪਹਿਲੋ ਲੂਟਨ ਕੋ ਤੁਮ ਪਰੇ। ਕਹਿੰਦੇ ਪਹਿਲਾਂ ਤੁਸੀਂ ਲੁੱਟਣ ਨੂੰ ਪੈ ਗਏ ਵੀ ਲੁੱਟਣਾ ਇਹਨਾਂ ਨੂੰ। ਕਹਿੰਦਾ ਪਹਿਲਾਂ ਮਾਰੋ ਇਹਨਾਂ ਨੂੰ, ਬਾਅਦ ਵਿੱਚ ਲੁੱਟਾਂਗੇ। ਮਤ ਕਤ ਭਾਜ ਸਿੰਘ ਫਿਰ ਵਰੇ। ਕਿਤੇ ਐਸਾ ਨਾ ਹੋਵੇ ਕਿ ਸਿੰਘ ਭੱਜ ਕੇ ਫਿਰ ਜੰਗਲ ਦੀਆਂ ਝੱਲਾਂ 'ਚ ਜਾ ਵੜਨ। ਤਬ ਸਿੰਘਨ ਕੇ ਸਿਰ ਭਈ ਮਾਰ। ਹੁਣ ਤੁਰਕਾਂ ਨੇ ਹੱਲੇ ਬੋਲ ਦਿੱਤੇ, ਸਿੰਘਾਂ ਉੱਤੇ ਭਿਆਨਕ ਮਾਰ ਵੱਜਣ ਲੱਗੀ। ਛੂਟਤ ਪਈ ਤੋਪ ਤਲਵਾਰ। ਤੋਪਾਂ ਤੇ ਤਲਵਾਰਾਂ ਛੁੱਟਣ ਲੱਗੀਆਂ। ਘੋੜਨ ਸੋ ਸਿੰਘ ਦਏ ਪਿਛਾਰੇ। ਤੇ ਘੋੜਿਆਂ ਦੇ ਨਾਲ ਪਿੱਛੇ ਪਿੱਛੇ ਚੱਲ ਪਏ। ਤਬ ਸਿੰਘਨ ਪੀ ਸ਼ਸਤਰ ਸੰਭਾਰੇ। ਹੁਣ ਸਿੰਘਾਂ ਨੇ ਵੀ ਵੇਖਿਆ ਕਿ ਭੱਜਣ ਨਾਲੋਂ ਮਾਰਨਾ ਚੰਗਾ ਹੈ। ਉਹ ਪੁਨ ਗੁਰ ਕੇ ਬਚਨ ਵਿਚਾਰੇ। ਸਤਿਗੁਰਾਂ ਦੇ ਬਚਨਾਂ ਨੂੰ ਵਿਚਾਰਿਆ। ਉਹ ਠਾਂਡੇ ਕਿਛ ਅੱਗੇ ਸਿਧਾਰੇ। ਥੋੜੇ ਜੇ ਖਲੋ ਕੇ ਸਿੰਘਾਂ ਨੇ ਤੁਰਕਾਂ ਦਾ ਮੁਕਾਬਲਾ ਕੀਤਾ। ਇੱਕ ਵਾਰੀ ਤੁਰਕਾਂ ਦੀ ਭਾਜ ਰੋਕ ਕੇ
ਉਹਨਾਂ ਦਾ ਅੱਗਾ ਰੋਕ ਕੇ ਫਿਰ ਥੋੜਾ ਜਿਹਾ ਚੱਲੇ। ਤੁਰਕਨ ਹੱਲਾ ਫੇਟਾ ਕਰਿਓ। ਤੁਰਕਾਂ ਨੇ ਜ਼ੋਰ ਦੇ ਨਾਲ ਹੱਲਾ ਕਰਕੇ ਘੋੜਿਆਂ ਨਾਲ ਫੇਟ ਮਾਰ ਕੇ ਸਿੰਘਾਂ ਨੂੰ ਡੇਗਣਾ ਚਾਹਿਆ। ਤੁਰਕਨ ਦਲ ਫਿਰ ਪਿੱਛੇ ਹਟ ਰਹਿਓ। ਪਰ ਖਾਲਸੇ ਨੇ ਵੀ ਅੱਗੋਂ ਅੱਗਾ ਰੋਕਿਆ ਤੇ ਤੁਰਕਾਂ ਦਾ ਦਲ ਮੋੜ ਦਿੱਤਾ ਪਿੱਛੇ ਨੂੰ ਜਿੱਧਰੋਂ ਆਇਆ। ਦੋਹਰਾ ਸੁੱਖਾ ਸਿੰਘ ਤਵਿਓਂ ਕਈ, ਮੈਂ ਪਰੋਂ ਲਖੂ ਪਰ ਜਾਏ। ਭਾਈ ਸੁੱਖਾ ਸਿੰਘ ਜੀ ਮਾੜੀ ਕੰਬੋਕੀ ਵਾਲੇ ਏਡੇ ਯੋਧੇ ਸੀ। ਜਦੋਂ ਤੁਰਕ ਭੱਜੇ ਨਾ ਪਿਛਾਂ ਨੂੰ ਤੇ ਸੁੱਖਾ ਸਿੰਘ ਕਹਿਣ ਲੱਗੇ, ਖਾਲਸਾ ਜੀ ਮੈਨੂੰ ਆਗਿਆ ਦਿਓ ਵੀ ਮੈਂ ਨਾ ਤੁਰਕਾਂ ਵਿੱਚੋਂ ਲੱਖੂ ਨੂੰ ਲੱਭ ਕੇ ਮਾਰਾਂ ਪਹਿਲਾਂ। ਵੀ ਜਿੱਥੇ ਹੁਣ ਲੱਖੂ ਕੀ ਕਰਦਾ ਸੀ, ਉਹਨੇ ਸਭ ਤੋਂ ਮੂਹਰੇ ਤੋਪਾਂ ਕੀਤੀਆਂ ਘੋੜਿਆਂ ਵਾਲੀਆਂ, ਪਿੱਛੇ ਜੰਬੂਰ ਕੀਤੇ ਹੋਏ, ਫਿਰ ਪਿੱਛੇ ਪੈਦਲ, ਫਿਰ ਘੋੜ ਸਵਾਰ, ਸਭ ਤੋਂ ਪਿੱਛੇ ਆਪ ਰਹਿੰਦਾ ਸੀ। ਭਾਈ ਸਾਹਿਬ ਭਾਈ ਸੁੱਖਾ ਸਿੰਘ ਜੀ ਕਹਿੰਦੇ, ਖਾਲਸਾ ਜੀ ਮੈਂ ਲੱਖੂ ਦੀ ਭਾਲ ਕਰਨ ਲੱਗਾ, ਇਹਨਾਂ ਦੇ ਵਿੱਚ ਵੜਨ ਲੱਗਾ ਤੁਰਕਾਂ ਦੇ। ਜਿੱਥੇ ਹੋਵੇਗਾ ਉਸ ਪਾਪੀ ਨੂੰ ਕੱਢ ਕੇ ਲੱਭ ਕੇ ਮਾਰਾਂਗਾ। ਹਮਰੇ ਸੰਗ ਆਵੇ ਸੋ, ਜੋ ਪਿੱਛੇ ਕਰੇ ਨਾ ਪਾਏ। ਨਾਲੇ ਵੀ ਕਿਹਾ, ਖਾਲਸਾ ਜੀ ਮੇਰੇ ਨਾਲ ਉਹ ਆਇਓ ਜਿਹੜੇ ਪੈਰ ਪਿੱਛੇ ਕਰਕੇ ਨਾ ਦੌੜ ਕੇ ਆਉਣ, ਕਿਉਂਕਿ ਮੈਂ ਤਾਂ ਹੁਣ ਲੱਭ ਕੇ ਲੱਖੂ ਨੂੰ ਮਾਰ ਕੇ ਆਉਣ ਦਾ ਪ੍ਰਣ ਕਰਨ ਲੱਗਾ। ਵੀ ਜਿੱਥੇ ਹੋਵੇਗਾ ਉਹਨੂੰ ਪਾਪੀ ਨੂੰ ਕੱਢ ਕੇ ਮਾਰਨਾ, ਤੇ ਮੇਰੇ ਨਾਲ ਉਹ ਜਣੇ ਆਇਓ ਜਿਹੜੇ ਭੱਜ ਕੇ ਪਿੱਛੇ ਨਾ ਆਵਣ, ਅੱਗੇ ਹੀ ਵੱਧਦੇ ਚਲੇ ਜਾਣ ਮੇਰੇ ਨਾਲ। ਚੌਪਈ ਸੁੱਖਾ ਸਿੰਘ ਤਵ ਸਦ ਹਲਕਾਰੇ। ਭਾਈ ਸੁੱਖਾ ਸਿੰਘ ਨੇ ਹਲਕਾਰੇ ਨੂੰ ਸੱਦਿਆ। ਰਹਿ ਦੀਵਾਨ ਜੈ ਦੱਸੋ ਸਾਰੇ। ਉਹਨੂੰ ਸੱਦ ਕੇ ਕਿਹਾ ਵੀ ਦੱਸੋ ਹਲਕਾਰਿਆ ਜਿਹੜੇ ਜਸੂਸ ਹੁੰਦੇ ਆ ਵਿੱਚ, ਵੀ ਦੱਸ ਲੱਖੂ ਕਿਸ ਜਗ੍ਹਾ ਤੇ ਆ ਇਸ ਵੇਲੇ, ਉਹਦਾ ਜਿਹੜਾ ਦਲ ਹੈ ਉਹਦੇ ਵਿੱਚ ਉਹ ਕਿਸ ਟਿਕਾਣੇ ਦੇ ਉੱਤੇ ਹੈ। ਹਲਕਾਰੇ ਕਈ ਸੋ ਹੱਥ ਨ ਆਵੇ। ਹਲਕਾਰੇ ਨੇ ਦੱਸਿਆ, ਭਾਈ ਸੁੱਖਾ ਸਿੰਘ ਜੀ ਲੱਖੂ ਨੇ ਤੁਹਾਡੇ ਹੱਥ ਨਹੀਂ ਆਉਣਾ। ਬਹੁ ਭੋਜਨ ਕੇ ਮਦ ਰਹਾਵੇ। ਉਹਦੇ ਆਲੇ ਦੁਆਲੇ ਫੌਜਾਂ ਦੇ ਗੜ ਨੇ, ਉਹ ਤਕਰੀਬਨ ਫੌਜ ਦੇ ਵਿੱਚ ਹੈ। ਆਲੇ ਦੁਆਲੇ ਉਹਦੇ ਹਜ਼ਾਰਾਂ ਨਹੀਂ ਲੱਖਾਂ ਦੀ ਗਿਣਤੀ 'ਚ ਫੌਜ ਹੈ। ਉੱਚੋ ਹਾਥੀ ਅੰਬਾਰੀ ਲਾਲ। ਉਹਦਾ ਉੱਚਾ ਹਾਥੀ ਹੈ ਤੇ ਲਾਲ ਰੰਗ ਦੀ ਅੰਬਾਰੀ ਪਾਈ ਹੋਈ ਆ ਉਹਦੇ। ਰਹੇ ਤਹਾਨ ਡਰਤ ਨਾਲ। ਉੱਥੇ ਰਹਿੰਦਾ ਤੇ ਨਾਲ ਡਰਦਾ ਵੀ ਹੈ। ਆਲੇ ਦੁਆਲੇ ਉਹਨੇ ਜਿਹੜੇ ਚੰਗੇ ਯੋਧੇ ਨੇ ਉਹ ਰੱਖੇ ਹੋਏ ਨੇ। ਲਘੂ ਹਾਥੀ ਕੇ ਉੱਪਰ ਬਹੇ। ਛੋਟੇ ਹਾਥੀ ਦੇ ਉੱਤੇ ਬਹਿੰਦਾ ਕਦੇ। ਕਭੀ ਘੋੜਾ ਕਬ ਪਾਲਕੀ ਬਹੇ। ਕਦੇ ਘੋੜੇ ਤੇ ਬਹਿ ਜਾਂਦਾ, ਕਦੇ ਪਾਲਕੀ 'ਚ ਬਹਿ ਜਾਂਦਾ। ਰੱਖੇ ਚੁਫੇਰੇ ਪੈਦਲ ਕਨੀ। ਆਪਣੇ ਚਾਰੇ ਪਾਸੇ ਪੈਦਲ ਸੂਰਮਿਆਂ ਦੀ ਫੌਜ ਰੱਖਦਾ। ਫਿਰ ਅਸਵਾਰੀ ਫੌਜ ਜੈ ਬਨੀ। ਫਿਰ ਉਹਦੇ ਆਲੇ ਦੁਆਲੇ ਘੋੜ ਸਵਾਰ ਫੌਜ ਰੱਖਦਾ। ਆਗੇ ਰਾਖੇ ਊਠ ਜੰਬੂਰੇ। ਆਪਣੇ ਮੂਹਰੇ ਉਹਨੇ ਊਂਠਾਂ ਵਾਲੇ ਜੰਬੂਰ ਰੱਖੇ ਹੋਏ ਨੇ। ਆਗੇ ਤੋਪਨ ਕੀ ਬਿਦ ਪੂਰੇ। ਫਿਰ ਉਸ ਤੋਂ ਅੱਗੇ ਤੋਪਾਂ ਲਾਈਆਂ ਹੋਈਆਂ ਨੇ। ਦੋਹਰਾ ਸੁੱਖਾ ਸਿੰਘ ਸੋ ਨੇ ਟਰਿਓ, ਕਰੀ ਤਿਸੈ ਪੈ ਦੌੜ। ਹਲਕਾਰੇ ਨੇ ਆਖਿਆ ਜੀ ਉਹਦੇ ਤੱਕ ਨਹੀਂ ਪਹੁੰਚਾਉਣਾ। ਸੁੱਖਾ ਸਿੰਘ ਕਹਿੰਦਾ ਮੈਂ ਤਾਂ ਜਾਵਾਂਗਾ, ਸਿਰੜੀ ਬੜਾ ਸੀ ਬਾਬਾ ਸੁੱਖਾ ਸਿੰਘ ਜੀ। ਇੰਨੇ ਸਿਰੜੀ ਕੱਲੇ ਲਾਹੌਰ ਚਲੇ ਗਏ ਸੀ, ਪਿੱਛੇ ਸੁਣੀ ਕਥਾ ਆਪ ਜੀ ਨੇ। ਕੱਲੇ ਜਾ ਕੇ ਲਾਹੌਰ ਦਾ ਬਾਜ਼ਾਰ ਲੁੱਟ ਕੇ ਲੈ ਆਏ ਸਨ, 1.25 ਲੱਖ ਹੀ। ਸਿਰੜੀ ਬੜੇ ਯੋਧੇ ਬੜੇ ਸਨ। ਭਾਈ ਸੁੱਖਾ ਸਿੰਘ ਜੀ ਨੂੰ ਜਦੋਂ ਹਲਕਾਰੇ ਨੇ ਦੱਸਿਆ ਵੀ ਨਹੀਂ ਜਾ ਹੋਣਾ ਉਹਦੇ ਤਾਈਂ, ਉਹ ਕਹਿੰਦੇ ਮੈਂ ਤਾਂ ਜਾਵਾਂਗਾ। ਹੱਠ ਕੀਤਾ, ਚਲੇ ਗਏ ਅੱਗੇ ਮੂੰਹ ਕਰਕੇ। ਜੰਬੂਰੇ ਕਾ ਗੋਲਾ ਲਗਿਓ, ਦਈ ਟਾਂਗ ਤਿਸ ਤੋੜ। ਅੱਗੋਂ ਇੱਕ ਮਲੇਛ ਨੇ ਜੰਬੂਰ ਚਲਾਈ, ਛੋਟੀ ਤੋਪ ਚਲਾਈ। ਉਹਦਾ ਗੋਲਾ ਆ ਕੇ ਭਾਈ ਸੁੱਖਾ ਸਿੰਘ ਜੀ ਦੇ ਲੱਤ ਨੂੰ ਆ ਕੇ ਵੱਜਾ। ਜਦੋਂ ਗੋਲਾ ਲੱਤ ਨੂੰ ਵੱਜਾ ਤੇ ਲੱਤ ਜਿਹੜੀ ਸੀ ਉਹ ਭਾਈ ਸੁੱਖਾ ਸਿੰਘ ਜੀ ਦੀ ਟੁੱਟ ਗਈ। ਹਾਂਜੀ। ਚੌਪਈ ਟੁੱਟੀ ਟੰਗ ਦੇਹ ਬੇਬਲ ਪਈ। ਹੁਣ ਲੱਤ ਦੀ ਹੱਡੀ ਟੁੱਟ ਗਈ, ਲਟਕ ਗਈ ਜਿਵੇਂ ਲੱਤ, ਤੇ ਦੇਹ ਬੇਬਲ ਹੋ ਗਈ ਪੀੜਾ ਨਾਲ। ਪਹੁੰਚ ਨ ਸਕਿਓ ਮਨ ਕੀ ਮਨ ਕਹੀ। ਮਨ ਕਹਿੰਦਾ ਵੀ ਹਲੇ ਹੋਰ ਜਾਵਾਂ ਅੱਗੇ, ਪਰ ਸਰੀਰ ਇੰਨਾ ਬੇਬਲ ਹੋ ਗਿਆ ਕਿ ਭਾਈ ਸੁੱਖਾ ਸਿੰਘ ਦੇ ਕੋਲੋਂ ਅੱਗੇ ਨਹੀਂ ਗਿਆ, ਤੇ ਲੱਖੂ ਨੂੰ ਮਾਰਨ ਦੀ ਮਨ 'ਚ ਰਹਿ ਗਈ। ਲੀਨੀ ਟੰਗ ਅੰਨੇ ਸਿਓ ਬੰਦ। ਘੋੜੇ ਦੀ ਕਾਠੀ ਦੇ ਨਾਲ ਨਾ ਵੱਡਾ ਜਿਵੇਂ ਕੱਪੜਾ ਹੁੰਦਾ ਸਿਰੇ ਪਾਓ ਗਲ 'ਚ ਪਾਇਆ ਹੁੰਦਾ,
ਉਹਦੇ ਨਾਲ ਆਪਣੀ ਲੱਤ ਕੱਸ ਕੇ ਬੰਨ ਕੇ ਘੋੜੇ ਦੀ ਕਾਠੀ ਨਾਲ ਬੰਨ ਲਈ। ਇੰਨਾ ਯੋਧਾ ਸੀ, ਪਰਵਾਹ ਨਹੀਂ ਕੀਤੀ ਤੇ ਬੰਨ ਕੇ ਘੋੜੇ ਦੀ ਕਾਠੀ ਨਾਲ ਫਿਰ ਤੁਰਕਾਂ ਨਾਲ ਲੜਨਾ ਸ਼ੁਰੂ ਕਰ ਦਿੱਤਾ। ਆਗੇ ਲਗੇ ਨ ਚੜਨੋ ਫੰਦ, ਕਹਿੰਦੇ ਹੁਣ ਅੱਗੇ ਲੜਨ ਦਾ ਵਧਣ ਦਾ ਕੋਈ ਦਾ ਨਹੀਂ ਲੱਗਦਾ। ਤੱਬੇ ਸੁਖਾ ਸਿੰਘ ਪਾਛੇ ਮੁੜਾ, ਫਿਰ ਭਾਈ ਸੁੱਖਾ ਸਿੰਘ ਨੂੰ ਪਿੱਛੇ ਮੁੜਨਾ ਪਿਆ ਵਾਪਸ ਖਾਲਸੇ ਵੱਲ। ਕਭੀ ਮੁੜੇ ਕਬ ਹੀ ਰਹਿ ਖੜਾ, ਕਦੇ ਮੁੜ ਜਾਂਦਾ ਕਦੇ ਖਲੋ ਜਾਂਦਾ, ਕਚੀਚੀਆਂ ਵੱਟਦਾ ਵੈਰੀਆਂ ਨੂੰ ਮਾਰਨ ਲਈ। ਤੋਪੀ ਸਿੰਘ ਹੀ ਰੱਖੇ ਹਥਿਆਰ, ਪਰ ਹਥਿਆਰ ਫਿਰ ਉਸੇ ਤਰ੍ਹਾਂ ਤਿਆਰ ਬਰ ਤਿਆਰ ਰੱਖਦਾ, ਭਾਵੇਂ ਲੱਤ ਟੁੱਟ ਗਈ ਹੈ, ਹੰਨੇ ਨਾਲ ਬੱਧੀ ਹੈ। ਹਟ ਉਹ ਤਪ ਕੇ ਬਲੇ ਸੰਭਾਰ, ਹੱਥ ਤੇ ਤਪ ਵੀ ਸੀ, ਨਿਤਨੇਮੀ ਸੀ, ਭਜਨੀਕ ਸੀ, ਉਹਦੇ ਬਲ ਦੇ ਨਾਲ ਲੜ ਰਹੇ ਭਾਈ ਸੁੱਖਾ ਸਿੰਘ ਜੀ। ਜਹਾਂ ਹੋਏ ਸਿੰਘਨ ਕੋ ਪੀੜ, ਸੁੱਖਾ ਸਿੰਘ ਇੰਨਾ ਦਲੇਰ ਆ ਵੀ ਲੱਤ ਟੁੱਟੀ ਹੋਈ ਆ, ਵੇਖਦਾ ਰਹਿੰਦਾ ਚਾਰੇ ਪਾਸੇ ਫਿਰ ਕੇ, ਜਿੱਧਰ ਸਿੰਘਾਂ ਦੇ ਉੱਤੇ ਭੀੜ ਪੈਂਦੀ ਆ ਉਸ ਪਾਸੇ ਜਾ ਪਹੁੰਚਦਾ ਤੇ ਦੁਸ਼ਮਣ ਦਾ ਖਿਆਲ ਆਪਣੇ ਵੱਲ ਖਿੱਚ ਕੇ ਤੇ ਸਿੰਘਾਂ ਨੂੰ ਉੱਥੋਂ ਅੱਗੇ ਟੋਰ ਦਿੰਦਾ। ਇਹੋ ਜਿਹਾ ਯੋਧਾ ਭਾਈ ਸੁੱਖਾ ਸਿੰਘ, ਆਪਣੀ ਪਰਵਾਹ ਨਹੀਂ ਕਰਦਾ। ਤਹੀਂ ਸੁਡਾਏ ਜਾਏ ਸਰੀਰ, ਉੱਥੇ ਜਾ ਕੇ ਢਾਹ ਦਿੰਦਾ ਸਰੀਰ। ਕਹਿੰਦਾ ਜੇ ਮਰਨਾ ਹੁੰਦਾ ਉਦੋਂ ਹੀ ਮਰ ਜਾਂਦਾ, ਖੂਹ ਵਿੱਚ ਆਈ ਬਿਨਾਂ ਨਹੀਂ ਮੌਤ ਆਉਂਦੀ। ਕਹਿੰਦਾ ਖੂਹ ਵਿੱਚ ਮਰਨ ਲੱਗਾ ਸਾਂ, ਉੱਥੇ ਹੀ ਮਰ ਜਾਣਾ ਸੀ ਜੇ ਮਰਨਾ ਹੁੰਦਾ, ਤੇ ਜੇ ਇੱਥੇ ਮੌਤ ਆਈ ਹੋਈ ਬਚਣਾ ਨਹੀਂ, ਤੇ ਜੇ ਨਾ ਆਈ ਹੋਈ ਤੇ ਲੱਖੂ ਜਿੰਨੀ ਫੌਜ ਲਿਆ ਇਹਦੇ ਨਾਲੋਂ 10 ਗੁਣਾ ਹੋਰ ਲੈ ਆਵੇ, ਮਾਰ ਨਹੀਂ ਸਕੇਗਾ ਜੇ ਜਦੋਂ ਤੱਕ ਮੌਤ ਆਈ ਨਹੀਂ ਹੈ। ਇਹੋ ਜੀ ਦਲੇਰੀ ਨਾਲ ਕਾਲ ਉਦੋਂ ਤੱਕ ਰੱਖਿਆ ਕਰਦਾ ਹੈ ਜਦੋਂ ਤੱਕ ਮੌਤ ਨਾ ਆਵੇ, ਉਦੋਂ ਤੱਕ ਕਾਲ ਰਾਖੀ ਕਰਦਾ। ਤੇ ਜਿੱਧਰ ਸਿੰਘਾਂ ਤੇ ਭੀੜ ਪੈਂਦੀ ਉਧਰ ਭਾਈ ਸੁੱਖਾ ਸਿੰਘ ਜੀ ਜਾ ਕੇ ਆਪਣਾ ਸਰੀਰ ਢਾਹ ਦਿੰਦੇ ਹਨ। ਔਰ ਸੁਨੋ ਅਬ ਅਗਲੀ ਬਾਤ, ਕਹਿੰਦੇ ਹੁਣ ਹੋਰ ਅਗਲੀ ਬਾਤ ਸੁਣੋ। ਕਿਛ ਪਰਬਤ ਕਿਛ ਨੀਹਲ ਘਾਤ, ਹੁਣ ਕੁਝ ਉਧਰ ਪਹਾੜ ਵਾਲੇ ਪਾਸੇ ਉੱਤੇ ਚੜ ਗਏ ਨੇ, ਕੁਝ ਥੱਲੇ ਪਹਾੜਾਂ ਦੇ ਨੀਹਲ ਵਿੱਚ ਜੜਾਂ ਵਿੱਚ ਨੇ। ਯੋਂ ਤਵ ਖਾਲਸੇ ਮਤਾ ਮਤਾਇਆ, ਖਾਲਸੇ ਨੇ ਹੁਣ ਇਸ ਤਰ੍ਹਾਂ ਮਤਾ ਪਕਾਇਆ ਹਮ ਤੇ ਤੁਰਕ ਨ ਜਾਤ ਭਜਾਇਆ, ਕਿ ਇਹ ਤੁਰਕ ਸਾਡੇ ਕੋਲੋਂ ਭਜਾਏ ਨਹੀਂ ਜਾਣੇ, ਬਹੁਤ ਜ਼ਿਆਦਾ ਹਨ। ਇਹ ਬਹੁਤੇ ਹਮ ਹੈ ਅਤੀ ਥੋੜੇ, ਇਹ ਬਹੁਤ ਜ਼ਿਆਦਾ ਨੇ, ਸਾਡੀ ਗਿਣਤੀ ਘੱਟ ਹੈ। ਭੂਖੇ ਹਮ ਉਹ ਭੂਖੇ ਘੋੜੇ, ਸਾਡੇ ਘੋੜੇ ਵੀ ਭੁੱਖੇ ਨੇ, ਆਪ ਵੀ ਅਸੀਂ ਭੁੱਖੇ ਆ, ਕਈ ਦਿਨਾਂ ਤੋਂ ਭੋਜਨ ਨਹੀਂ ਮਿਲਿਆ। ਅਬ ਹਮ ਇਨ ਤੇ ਜਾਵੇਂ ਭਾਜ, ਹੁਣ ਕਿਸੇ ਤਰੀਕੇ ਇੱਥੋਂ ਨਿਕਲ ਚੱਲੀਏ ਖਾਲਸਾ ਜੀ, ਹਰਨ ਭਰਨ ਹੋ ਜਾਈਏ, ਕਿਉਂਕਿ ਤੁਰਕਾਂ ਨੂੰ ਆਪਾਂ ਭਜਾ ਨਹੀਂ ਸਕਣਾ। ਇਹਨਾਂ ਤੋਂ ਕਿਸੇ ਤਰੀਕੇ ਹੁਣ ਆਪਣਾ ਖਹਿੜਾ ਛਡਾ ਕੇ ਇੱਥੋਂ ਹਰਨ ਭਰਨ ਹੋਈਏ। ਸੂਦੇ ਹੋਏ ਫਿਰ ਕਰ ਹੈ ਕਾਜ, ਫਿਰ ਸਿੱਧੇ ਹੋ ਕੇ ਆਪਣੇ ਕਾਰਜ ਕਰਾਂਗੇ। ਇੱਕ ਵਾਰੀ ਇੱਥੋਂ ਨਿਕਲ ਚੱਲੀਏ ਤੇ ਫਿਰ ਕਿਹੜਾ ਦੁਨੀਆ ਮੁੱਕ ਜਾਣੀ ਹੈ। ਖਾਲਸਾ ਜੀ ਇੱਕ ਵਾਰੀ ਚੱਲ ਕੇ ਤਿਆਰ ਬਰ ਤਿਆਰ ਹੋ ਜਾਈਏ, ਮੁੜ ਕੇ ਫੇਰ ਆ ਜਾਾਂਗੇ। ਲੱਖੂ ਕਿਹੜਾ ਕਿਤੇ ਚੱਲਿਆ, ਜਾ ਕੇ ਫਿਰ ਇੱਥੇ ਨਹੀਂ ਤਾਂ ਜਾ ਕੇ ਲਾਹੌਰੇ ਦੇ ਕੋਲ ਇਹਨੂੰ ਜਾ ਘੇਰਾਂਗੇ। ਚਾਰੋ ਕੁੰਟਨ ਕੋ ਭਜ ਜਾਵੋ, ਇਸ ਕਰਕੇ ਖਾਲਸਾ ਜੀ ਹੁਣ ਇਹ ਨਾ ਵੇਖੋ ਵੀ ਸਾਰਿਆਂ ਨੇ ਇਕੱਠੇ ਭੱਜਣਾ। ਸਿੰਘਾਂ ਨੂੰ ਕਹਿ ਦਿੱਤਾ, ਪੰਥ ਨੇ ਮਤਾ ਕੀਤਾ ਵੀ ਚਾਰੇ ਪਾਸੇ ਜਿੱਧਰ ਕਿਸੇ ਦਾ ਦਾ ਲੱਗਦਾ ਨਿਕਲਣ ਨੂੰ, ਬਸ ਇੱਥੋਂ ਨਿਕਲ ਚੱਲੋ। ਅਬ ਤੋ ਨਟ ਕਰ ਵਕਤ ਲੰਘਾਵੋ, ਹੁਣ ਤਾਂ ਇੱਥੋਂ ਜਾ ਕੇ ਨੱਠ ਕੇ ਆਪਣਾ ਟਾਈਮ ਨਿਕਾਲੋ, ਕਿਉਂਕਿ ਜੇ ਸਾਰੇ ਮਾਰੇ ਜਾਵਾਂਗੇ ਇੱਥੇ ਫਿਰ ਔਖਾ ਹੋ ਜਾਣਾ। ਇਸ ਕਰਕੇ ਕਿਸੇ ਤਰੀਕੇ ਜਿੰਨੇ ਕਿ ਇੱਥੋਂ ਬਚ ਕੇ ਨਿਕਲ ਸਕਦੇ ਹੋ ਚਾਰੇ ਪਾਸਿਓਂ ਨਿਕਲ ਚੱਲੋ। ਹੁਣ ਇਕੱਠੇ ਹੋ ਕੇ ਵੀ ਗੱਲ ਨਹੀਂ ਬਣਨੀ, ਇਕੱਠਿਆਂ ਨੂੰ ਆਪਾਂ ਹੈ ਹੀ ਥੋੜੇ, ਉਹ ਬਹੁਤੇ ਨੇ ਮਾਰਨਗੇ। ਇਸ ਕਰਕੇ ਚਾਰਾਂ ਕੁੰਟਾਂ ਯਾਨੀ ਕਿ ਚਾਰਾਂ ਦਿਸ਼ਾਵਾਂ ਵੱਲ ਜਿੱਧਰ ਕਿਸੇ ਦਾ ਦਾ ਲੱਗਦਾ ਨਿਕਲ ਚੱਲੋ। ਹਮਕੋ ਨਠਨਾ ਗੁਰੂ ਬਤਾਇਆ, ਨਾਲੇ ਨੀਤੀ ਆ ਜੰਗ ਦੀ ਗੁਰੂ ਸਾਹਿਬ ਨੇ ਸਾਨੂੰ ਸਿਖਾਈ ਵੀ ਹੈ ਕਿ ਜੇ ਚਮਕੌਰ ਦੀ ਗੜੀ ਨੂੰ ਛੱਡ ਕੇ ਜਾਣਾ ਪਿਆ ਤੇ ਸਤਿਗੁਰੂ ਜੀ ਗਏ ਵੀ ਨੇ। ਇਹ ਨੀਤੀ ਸਤਿਗੁਰੂ ਜੀ ਨੇ ਸਾਨੂੰ ਸਿਖਾਈ ਹੈ। ਢਾਈ ਪਟ ਮੈਂ ਫਟ ਗਿਣਾਇਆ, ਢਾਈ ਫਟ ਲੜਾਈ ਦੇ ਗਿਣੇ ਜਾਂਦੇ ਨੇ, ਸਤਿਗੁਰਾਂ ਨੇ ਸਾਨੂੰ ਦੱਸੇ ਨੇ। ਦੈਤਨ ਕੇ ਦੇਵਤੇ ਭਜ ਗਏ, ਕਈ ਵਾਰੀ ਦੈਂਤਾਂ ਕੋਲੋਂ ਦੇਵਤੇ ਵੀ ਭੱਜ ਕੇ ਗਏ ਨੇ। ਦੈਂਤਾਂ ਤੇ ਦੇਵਤਿਆਂ ਦਾ ਜੰਗ ਹੁੰਦਾ ਤੇ ਦੇਵਤੇ ਵੀ ਭੱਜ ਜਾਂਦੇ ਸੀ ਕਈ ਵਾਰੀ ਜਦੋਂ ਦਾਨਵ ਬਲੀ ਹੁੰਦੇ ਸਨ। ਆਪਣੋ ਦੇਸ਼ ਲੇਤ ਫਿਰ ਪਏ, ਫਿਰ ਉਹ ਦੇਵਤੇ ਮੁੜ ਕੇ ਬਲੀ ਹੋ ਕੇ ਆਉਂਦੇ ਸੀ ਤੇ ਦਾਨਵਾਂ ਕੋਲੋਂ ਆਪਣੀਆਂ ਪੁਰੀਆਂ ਛਡਾ ਲੈਂਦੇ ਸੀ। ਖਾਲਸਾ ਜੀ ਇਹ ਵੀ ਦਾਨਵ ਨੇ, ਇਸ ਕਰਕੇ ਹੁਣੇ ਬਲੀ ਨੇ ਤੇ ਆਪਾਂ ਇੱਥੋਂ ਨੱਠੀਏ।
ਮੁੜ ਕੇ ਬਲੀ ਹੋ ਕੇ ਆਵਾਂਗੇ, ਆਪਣੇ ਇਲਾਕੇ ਮੁੜ ਕੇ ਫੇਰ ਛਡਾ ਲਵਾਂਗੇ। ਕਿਸ਼ਨ ਆਪ ਲੁਕ ਗਇਓ ਕਈ ਬਾਰ, ਕਹਿੰਦੇ ਭਗਵਾਨ ਕ੍ਰਿਸ਼ਨ ਜੀ ਆਪ ਕਈ ਵਾਰੀ ਲੁਕੇ ਹਨ। ਭਏ ਜੋ ਆਪ ਵਿਸ਼ਨ ਅਵਤਾਰ, ਉਹਨਾਂ ਨੂੰ ਦੁਆਪਰ ਯੁੱਗ ਦਾ ਅਵਤਾਰ ਕਿਹਾ ਜਾਂਦਾ ਸੀ। ਭਸਮੰਤਰ ਤੇ ਸ਼ਿਵ ਗਏ ਭਾਜ, ਕਹਿੰਦੇ ਭਸਮਾਸੁਰ ਕੋਲੋਂ ਸ਼ਿਵ ਨੂੰ ਲੁਕਣਾ ਪਿਆ ਸੀ। ਫਿਰ ਆਪਣੋ ਕਰ ਲੀਨੋ ਕਾਜ, ਪਰ ਲੁਕਣ ਤੋਂ ਬਾਅਦ ਵੀ ਉਹਨਾਂ ਨੇ ਆਪਣੇ ਕੰਮ ਕਰ ਲਏ। ਦੋਹਰਾ ਸੁੱਖਾ ਸਿੰਘ ਤੇ ਖਾਣ ਤੋਂ ਜੋ ਕੰਬੋ ਮਾੜੀ ਵਾਲੇ, ਮਾੜੀ ਕੰਬੋਕੀ ਦੇ ਰਹਿਣ ਵਾਲੇ ਭਾਈ ਸੁੱਖਾ ਸਿੰਘ ਜੀ ਜੋ ਤਰਖਾਣ ਸਿੰਘ ਸਨ। ਲੱਖੂ ਕੇ ਸਨਮੁਖ ਰਹੇ ਬੰਨੇ ਸਿੰਘਨ ਨਾਲ, ਇਹਨਾਂ ਨੇ ਇੱਕ ਜਥਾ ਆਪਣੇ ਨਾਲ ਬੰਨਿਆ। ਬੰਨੇ ਦਾ ਮਤਲਬ ਹੁੰਦਾ ਜਥਾ। ਉਹ ਨਾਲ ਲੈ ਕੇ ਲੱਖੂ ਜਿੱਧਰਲੇ ਪਾਸੇ ਆ ਨਾ, ਸੁੱਖਾ ਸਿੰਘ ਜੀ ਦਾ ਹੀ ਤੱਕਦੇ, ਲੱਤ ਟੁੱਟੀ ਹੋਈ ਆ, ਲਹੂ ਨੁਚੜਦਾ, ਦਾ ਇਹ ਤੱਕਦੇ ਆ ਲੱਖੂ ਵਾਲੇ ਪਾਸੇ ਜਾਂਦੇ ਆ ਫੌਜ ਆਪਣੇ, ਜਿਹੜਾ ਜਥਾ ਭਾਈ ਸੁੱਖਾ ਸਿੰਘ ਨਾਲ ਹੈ, ਵੀ ਕਿਸੇ ਤਰੀਕੇ ਜੇ ਦਾ ਲੱਗੇ ਤੇ ਲੱਖੂ ਕੋਲ ਪਹੁੰਚ ਹੀ ਜਾਵਾਂ ਤੇ ਪਾਪੀ ਦਾ ਸਿਰ ਵੱਢ ਹੀ ਲਿਆਵਾਂ ਖਾਲਸੇ ਦੇ ਚਰਨਾਂ 'ਚ, ਜਿਵੇਂ ਮੱਸੇ ਦਾ ਲਿਆਂਦਾ ਸੀ ਵੱਢ ਕੇ। ਹਾਂਜੀ। ਚੋਪਈ ਤਬੇ ਖਾਲਸੇ ਐਸ ਠਹਿਰਾਈ, ਖਾਲਸੇ ਨੇ ਜਦੋਂ ਇਸ ਤਰ੍ਹਾਂ ਗੁਰਮਤਾ ਕੀਤਾ, ਆਪੇ ਆਪਣੀ ਔਰ ਤਕਾਈ, ਵੀ ਹੁਣ ਜਾਓ ਭਾਈ ਆਪੋ ਆਪਣੇ ਮੂੰਹ ਜਿੱਧਰ ਨੂੰ ਕਰਨੇ ਨੇ, ਜਥਿਆਂ ਦੇ ਨਾਲ ਰਹਿ ਕੇ ਇਕੱਠੇ ਨਾ ਹੋਵੋ, ਕੱਲੇ ਕੱਲੇ ਨਿਕਲ ਜਾਓ ਜਿੱਧਰ ਕਿਸੇ ਨੂੰ ਰਾਹ ਲੱਭਦਾ। ਤੋ ਉਸ ਵੇਲੇ ਸਾਰਿਆਂ ਨੇ ਆਪੋ ਆਪਣਾ ਪਾਸਾ ਤੱਕਿਆ। ਜੋ ਪਹਾੜੀ ਚੜਿਓ ਨ ਜਾਈ, ਜਿਨ੍ਹਾਂ ਕੋਲੋਂ ਪਹਾੜਾਂ ਤੇ ਨਹੀਂ ਸੀ ਚੜਿਆ ਜਾਂਦਾ, ਤਿਨ ਸਿੰਘਨ ਸੋ ਐਸ ਸੁਨਾਈ, ਉਹਨਾਂ ਨੇ ਸਿੰਘਾਂ ਨੂੰ ਇਸ ਤਰ੍ਹਾਂ ਕਿਹਾ, ਹਮ ਸੋ ਪਹਾੜੀ ਨਾਏ ਚੜਾਈ, ਕਿ ਸਾਡੇ ਕੋਲੋਂ ਪਹਾੜਾਂ ਤੇ ਨਹੀਂ ਚੜਿਆ ਜਾਣਾ। ਹਮ ਕੋ ਬਚਨ ਪਿੱਛੇ ਕੋ ਕਰਾਈ, ਉਹ ਕਹਿੰਦੇ ਖਾਲਸਾ ਜੀ ਅਸੀਂ ਪਹਾੜਾਂ ਤੇ ਨਹੀਂ ਅੱਗੇ ਚੜ ਸਕਦੇ, ਸਾਨੂੰ ਤੁਸੀਂ ਆਗਿਆ ਦੇ ਦਿਓ, ਅਸੀਂ ਪਿੱਛੇ ਨੂੰ ਮੁੜ ਚੱਲੀਏ। ਜਿਹੜੇ ਪਹਾੜਾਂ ਤੇ ਨਹੀਂ ਸਨ ਚੜਨ ਜੋਗੇ, ਕੋਈ ਸਿੰਘ ਉਧਰ ਨੂੰ ਕੋਈ ਚੜ ਕੇ ਜਾ ਰਹੇ ਸੀ, ਉਹਨਾਂ ਨੇ ਫਿਰ ਵੀ ਨਾਲ ਦੇ ਸਾਥੀਆਂ ਨੂੰ ਆਗਿਆ ਮੰਗੀ। ਵੇਖੋ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਨਹੀਂ ਤਾਂ ਉੱਥੇ ਦਾ ਮੂੰਹ ਜਿੱਧਰ ਕਿਸੇ ਨੂੰ ਕਹਦੇ ਚਲੇ ਜਾਓ। ਉਹਨਾਂ ਆਖਿਆ ਵੀ ਸਾਡੇ ਸਾਥੀ ਜਾਂਦੇ ਆ ਉਧਰ ਚੜਦੇ, ਉਹਨਾਂ ਨੂੰ ਕਿਹਾ ਖਾਲਸਾ ਜੀ ਸਾਡੇ ਕੋਲ ਨਹੀਂ ਚੜ ਹੁੰਦਾ ਪਹਾੜਾਂ ਤੇ, ਸਾਨੂੰ ਆਗਿਆ ਦਿਓ ਵੀ ਅਸੀਂ ਤੁਹਾਡੇ ਤੋਂ ਇੱਥੋਂ ਪਿੱਛੇ ਮੁੜ ਜਾਈਏ, ਜੇ ਜਿਉਂਦੇ ਰਹੇ ਤੇ ਫਿਰ ਆ ਕੇ ਫਤਿਹ ਜਾਵਾਂਗੇ, ਨਹੀਂ ਤਾਂ ਅਗਲੇ ਦਰਬਾਰ ਵਿੱਚ ਤਾਂ ਸਾਹਿਬ ਦੇ ਚਰਨਾਂ 'ਚ ਇਕੱਠੇ ਹੋਣਾ ਹੀ ਆ ਆਪਾਂ। ਇਦਾਂ ਕਹਿੰਦੇ ਪਿੱਛੇ ਜਾਣ ਦੀ ਆਗਿਆ ਲਈ ਕਈਆਂ ਨੇ। ਪਹਾੜ ਕੋੜੇ ਤੇ ਚੜਿਓ ਨ ਜਾਵੇ, ਕਿਉਂਕਿ ਸਮੱਸਿਆ ਇਹ ਸੀ ਵੀ ਪੈਦਲ ਤੇ ਚੜ ਜਾਂਦੇ ਸੀ ਪਹਾੜਾਂ ਤੇ, ਜਿਹੜੇ ਘੋੜਿਆਂ ਵਾਲੇ ਸਿੰਘ ਸੀ ਉਹਨਾਂ ਕੋਲੋਂ ਚੜਨਾ ਔਖਾ ਸੀ, ਕਿਉਂਕਿ ਘੋੜੇ ਪਹਾੜਾਂ ਤੇ ਨਹੀਂ ਸਨ ਚੜਦੇ। ਬਿਨ ਘੋੜੋ ਅਮ ਕਿੱਕਰ ਤਾਵੇਂ, ਉਹ ਕਹਿੰਦੇ ਵੀ ਘੋੜਿਆਂ ਤੋਂ ਬਿਨਾਂ ਹੁਣ ਕਿਵੇਂ ਚੱਲੀਏ। ਦੋਹਰਾ ਤਬੇ ਖਾਲਸੇ ਨੇ ਕਈ ਖਿੰਡੋ ਸੋ ਚਾਰੋਂ ਔਰ, ਖਾਲਸੇ ਨੇ ਆਖਿਆ ਖਾਲਸਾ ਜੀ ਇਹ ਨਾ ਵੇਖੋ ਵੀ ਅਸੀਂ ਉਹਦੇ ਨਾਲ ਜਾਣਾ ਜਾਂ ਉਹਦੇ ਨਾਲ ਜਾਣਾ ਤੇ ਆਗਿਆ ਲੈ ਲਈਏ, ਕਹਿੰਦੇ ਬਸ ਖਿੰਡ ਜੋ ਚਾਰੇ ਪਾਸੇ ਜਿੱਧਰ ਕਿਸੇ ਨੇ ਜਾਣਾ। ਫਿਰ ਮਾਜੇ ਹੋ ਇਕੱਠੇ ਆਨ ਮਚਾਵੋ ਸ਼ੋਰ, ਤੇ ਉਸ ਵੇਲੇ ਜਾਣ ਵੇਲੇ ਵੀ ਬਿਰਤੀ ਚੜ੍ਹਦੀ ਕਲਾ 'ਚ ਕਹਿੰਦੇ ਇੱਥੋਂ ਇੱਕ ਵਾਰੀ ਨਿਕਲ ਚਲੋ ਚਾਰੇ ਪਾਸੇ ਮੂੰਹ ਕਰਕੇ ਜਿੱਧਰ ਜਾਂਦੇ ਹੋ, ਆਉਣ ਵਾਲੇ ਸਮੇਂ 'ਚ ਮਾਝੇ 'ਚ ਫੇਰ ਇਕੱਠੇ ਹੋ ਕੇ ਫੇਰ ਜਾ ਕੇ ਜੰਗ ਮਚਾਵਾਂਗੇ, ਫੇਰ ਜਾ ਕੇ ਦੰਗਾ ਕਰਾਂਗੇ, ਖਾਲਸੇ ਦਾ ਕੰਮ ਹੈ, ਜਾਤ ਗੋਤ ਸਿੰਘਨ ਕੀ ਦੰਗਾ। ਕਹਿੰਦੇ ਇਸ ਕਰਕੇ ਭਾਈ ਹੁਣ ਇੱਕ ਵਾਰੀ ਹੁਣ ਹਰਨ ਭਰਨ ਹੋ ਚੱਲੋ। ਚੋਪਈ ਤਬ ਸੁੱਖਾ ਸਿੰਘ ਕਰੀ ਸਲਾਹ, ਇਧਰ ਭਾਈ ਸੁੱਖਾ ਸਿੰਘ ਜੀ ਨੇ ਨਾਲ ਦੇ ਸਾਥੀਆਂ ਨਾਲ ਸਲਾਹ ਕੀਤੀ, ਆਵੋ ਹਮ ਸੰਗ ਪਿਛਲੇ ਦਾਏ, ਉਹ ਕਹਿਣ ਲੱਗੇ ਆਓ ਭਾਈ ਜਿਹੜੇ ਉੱਤੇ ਪਹਾੜਾਂ ਤੇ ਨਹੀਂ ਚੜ ਸਕਦੇ ਉਹ ਮੇਰੇ ਨਾਲ ਆ ਜਾਓ ਪਿਛਲੇ ਪਾਸੇ। ਜੋ ਹੈ ਕੋ ਸਜਾਦਾ ਸਿੰਘ, ਜਿਹੜਾ ਕੋਈ ਪੈਦਲ ਸਿੰਘ ਹੈ ਚੜੋ ਪਹਾੜੀ ਕਰੋ ਨਾ ਢਿੱਲ, ਛੇਤੀ ਨਾਲ ਪਹਾੜੀ ਤੇ ਚੜ ਜਾਵੇ, ਢਿੱਲ ਨਾ ਕਰੋ। ਜੋ ਅਸਵਾਰ ਸੋ ਹਮ ਸੰਗ ਆਵੋ, ਜਿਹੜੇ ਘੋੜ ਸਵਾਰ ਨੇ ਉਹ ਮੇਰੇ ਨਾਲ ਆ ਜਾਓ। ਸੋ ਪਹਾੜਨ ਪੈਰ ਨਾ ਪਾਵੋ, ਉਹ ਨਾ ਪਹਾੜਾਂ ਵੱਲ ਜਾਓ ਕਿਉਂਕਿ ਘੋੜੇ ਨਹੀਂ ਚੜਨੇ ਉਧਰ, ਜਿਹੜੇ ਪੈਦਲ ਨੇ ਉਹ ਚੜ ਜਾਓ, ਜਿਹੜੇ ਘੋੜ ਸਵਾਰ ਨੇ ਉਹ ਮੇਰੇ ਨਾਲ ਆ ਜਾਓ। ਜਬ ਲਗ ਚੜੇ ਪਹਾੜ ਪਿਆਦੇ, ਜਿੰਨੇ ਨੂੰ ਇਹ ਪਹਾੜ ਤੋਂ ਪੈਦਲ ਚੜਨਗੇ ਤੋ ਲਗ ਹਮਨੇ ਛੱਡੋ ਨ ਜਾਦੇ, ਉਦੋਂ ਤੱਕ ਅਸੀਂ ਇਧਰੋਂ ਤੁਰਕਾਂ ਨੂੰ ਰੋਕ ਕੇ ਰੱਖਦੇ ਆਂ ਵੀ ਉਹ ਚੜ ਜਾਣ, ਉਹ ਇੱਕ ਵਾਰੀ ਨਿਕਲ ਜਾਣ ਇੱਥੋਂ, ਜਦੋਂ ਚੜ ਜਾਣਗੇ ਪਹਾੜ ਤੇ ਫਿਰ ਆਪਾਂ ਇੱਥੋਂ ਚੱਲਾਂਗੇ। ਦੋਹਰਾ
ਜਬ ਸੁੱਖਾ ਸਿੰਘ ਖਾਲਸੇ ਯੋਂ ਦੀਨੋ ਫੁਰਮਾਏ। ਜਦੋਂ ਭਾਈ ਸੁੱਖਾ ਸਿੰਘ ਜੀ ਨੇ ਖਾਲਸੇ ਨੂੰ ਇਸ ਤਰ੍ਹਾਂ ਇਹ ਗੱਲ ਕਹੀ, ਬੇਟਾ ਮਿਲਿਓ ਨਾ ਬਾਪ ਕੋ, ਭਾਈ ਮਿਲਿਓ ਨਾ ਪਾਏ। ਫਿਰ ਪਿਓ ਨੇ ਬਾਪ ਨੂੰ ਨਹੀਂ ਪੁੱਛਿਆ ਵੀ ਚੱਲ ਬਾਪੂ ਤੈਨੂੰ ਲੈ ਚੱਲਾਂ ਵੀ ਮੈਂ ਚੱਲਿਆ ਇੱਧਰ, ਤੇ ਬਾਪੂ ਨੇ ਪੁੱਤ ਨੂੰ ਨਹੀਂ ਆਖਿਆ। ਕਹਿੰਦੇ ਜਦੋਂ ਜਿਉਂਦੇ ਰਹੇ ਤੇ ਮਿਲ ਜਾਵਾਂਗੇ। ਭਰਾਵਾਂ ਨੇ ਭਰਾ ਨਹੀਂ ਸਿਆਣੇ, ਫਿਰ ਤਾਂ ਨਿਕਲੇ ਹਨ ਕਿਸੇ ਤਰੀਕੇ ਉਥੋਂ। ਜਬ ਸੁੱਖਾ ਸਿੰਘ ਨੇ ਲਖੇ ਚੜੇ ਸਜਾਦੇ ਪਹਾੜ। ਸੁੱਖਾ ਸਿੰਘ ਨੇ ਵੇਖਿਆ ਵੀ ਜਿਹੜੇ ਪੈਦਲ ਨੇ ਉਹ ਚੜ ਗਏ ਨੇ ਹੁਣ ਪਹਾੜ ਤੇ, ਦੂਰ ਨਿਕਲ ਗਏ ਹਨ। ਕਿਛ ਦਰਿਆ ਸੋ ਬੰਦ ਤੁੱਲੇ ਵੜੇ ਸੋਹਣੋਂ ਪਾਰ। ਕਈ ਸਿੰਘਾਂ ਨੇ, ਕਿਉਂਕਿ ਜੰਗਲ ਦਾ ਇਲਾਕਾ ਸੀ, ਤੁਲੇ ਬੰਨ ਲਏ ਲੱਕੜਾਂ ਦੇ ਮੋਟੇ ਮੋਟੇ, ਤੇ ਉਹਨਾਂ ਨੇ ਦਰਿਆ ਤੇ ਧਰੇ। ਦਰਿਆ ਬੜਾ ਤੇਜ਼ ਸੀ, ਉਹ ਤੁਲਿਆਂ ਦੇ ਆਸਰੇ ਕੁਝ ਸਿੰਘ ਦਰਿਆ ਤੋਂ ਪਾਰ ਹੋ ਗਏ। ਚੌਪਈ ਤਬ ਸੁੱਖਾ ਸਿੰਘ ਕਰੀ ਸਲਾਹ। ਹੁਣ ਸੁੱਖਾ ਸਿੰਘ ਦੇ ਨਾਲ ਕੁਝ ਕੁ ਸਿੰਘ ਰਹਿ ਗਏ ਸੀ ਜਿਹੜੇ ਘੋੜ ਸਵਾਰ। ਸੁੱਖਾ ਸਿੰਘ ਨੇ ਉਹਨਾਂ ਨਾਲ ਸਲਾਹ ਕੀਤੀ, ਅਬ ਲੱਖੂ ਪਰ ਪਰਿਏ ਜਾਏ। ਕਹਿੰਦੇ ਸਿੰਘੋ ਜਿਹੜੇ ਨਿਕਲਨੇ ਸੀ ਨਿਕਲ ਗਏ ਨੇ, ਆਪਾਂ ਰਹਿ ਗਏ ਹੁਣ ਘੋੜ ਸਵਾਰ। ਏਦਾਂ ਕਰੀਏ ਵੀ ਆਪਾਂ ਲੱਖੂ ਤੇ ਨਾ ਹਮਲਾ ਕਰੀਏ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਲੱਤ ਘੋੜੇ ਨਾਲ ਬੱਧੀ ਐ, ਭੁੱਖੇ ਨੇ ਕਈ ਦਿਨਾਂ ਦੇ, ਪਾਣੀ ਵੀ ਪੀਣਾ ਨਸੀਬ ਨਹੀਂ। ਸੂਰਮਤਾਈ ਵੇਖੋ ਦਲੇਰ ਦੀ। ਕਹਿੰਦੇ ਸੁੱਖਾ ਸਿੰਘ ਜੀ ਕਹਿੰਦੇ ਆਪਾਂ ਲੱਖੂ ਤੇ ਨਾ ਖਾਲਸਾ ਜੀ ਹਮਲਾ ਕਰੀਏ, ਵੀ ਆਪਾਂ ਤੇ ਹੁਣ ਆਏ ਹੀ ਆ, ਇਕੱਠੇ ਹੀ ਆ, ਇੱਧਰ ਨੂੰ ਨਿਕਲ ਚੱਲਾਂਗੇ। ਮਿਲ ਗਿਆ ਲੱਖੂ ਮਾਰ ਦਿਆਂਗੇ, ਨਹੀਂ ਤਾਂ ਜੇ ਹੱਲਾ ਕਰਕੇ ਨਿਕਲਣਾ ਤੇ ਨਿਕਲ ਵੀ ਜਾਵਾਂਗੇ। ਜੋ ਦੇਵੇ ਕੋ ਹਮੇ ਬਤਾਏ। ਕਹਿੰਦੇ ਜੇ ਕੋਈ ਸਾਨੂੰ ਦੱਸ ਦੇਵੇ ਵੀ ਫਲਾਣੀ ਥਾਂ ਤੇ ਲੱਖੂ ਹੈ, ਉਸੇ ਮਾਰੋਂ ਕਹਿ ਰਹੇ ਮਰਾਏ। ਜਾਂ ਉਹਨੂੰ ਮਾਰ ਦਈਏ, ਪਾਪੀ ਨੂੰ ਇੰਨਾ ਨੁਕਸਾਨ ਕੀਤਾ ਉਹਨੇ ਸਾਡਾ, ਜਾਂ ਆਪ ਮਰ ਜਾਈਏ। ਤਬੇ ਦਨਾਵਾ ਐਸੇ ਕਈ। ਜਿਹੜੇ ਨਾਲ ਦਾਨੇ ਸਿੰਘ ਸੀ ਸਿਆਣੇ, ਉਹ ਕਹਿਣ ਲੱਗੇ ਅਬ ਹਮ ਲੜਨੇ ਹਿੰਮਤ ਨਹੀਂ। ਕਹਿੰਦੇ ਸੁੱਖਾ ਸਿਆ ਹੁਣ ਸਾਡੇ ਕੋਲ ਲੜਨ ਦੀ ਹਿੰਮਤ ਨਹੀਂ ਰਹੀ, ਸਾਡੇ ਸਰੀਰਾਂ 'ਚ ਹੁਣ ਤਾਣ ਨਹੀਂ ਰਿਹਾ ਲੜਨ ਦਾ। ਅਬ ਹਮ ਚਲੋ ਇਹਾਂ ਤੇ ਦੌੜ। ਚੱਲ ਆਪਾਂ ਹੁਣ ਇੱਥੋਂ ਨਿਕਲ ਚੱਲੀਏ ਕਿਸੇ ਤਰੀਕੇ, ਜੇ ਨਿਕਲਿਆ ਜਾਂਦਾ। ਮੁਲਕ ਮਾਲਵੇ ਕਰਾਇਓ ਗੋਰ। ਇਧਰ ਮਾਲਵੇ ਦੇ ਜੰਗਲ ਦੇ ਇਲਾਕੇ ਨੂੰ ਨਿਕਲ ਚੱਲੀਏ ਤੇ ਉੱਥੇ ਜਾ ਕੇ ਆਪਣੀਆਂ ਜਿਹੜੀਆਂ ਮਲਮ ਪੱਟੀਆਂ ਕਰਾਈਏ। ਤੇਰੀ ਲੱਤ ਵੀ ਟੁੱਟੀ ਹੋਈ ਐ, ਇਹਨੂੰ ਰਾਜੀ ਕਰੀਏ ਚੱਲ ਕੇ। ਦੋਹਰਾ ਫੌਜ ਸੋ ਆਗੇ ਬਹੁਤ ਹੈ, ਕਿਮ ਕਰ ਲੰਘਿਓ ਜਾਏ। ਅੱਗੇ ਫੌਜਾਂ ਬਹੁਤ ਜ਼ਿਆਦਾ ਨੇ ਤੁਰਕਾਂ ਦੀਆਂ, ਲੱਖੂ ਤੱਕ ਕਿਵੇਂ ਪਹੁੰਚਾਂਗੇ? ਇੰਨੀ ਫੌਜ ਨੂੰ ਚੀਰ ਕੇ ਤੋਪਾਂ ਨਾਲ ਕਿਵੇਂ ਮੁਕਾਬਲਾ ਕਰਾਂਗੇ? ਤੋਪ ਜੰਬੂਰੇ ਬਹੁ ਚਿਣੇ, ਨਹੀਂ ਵੇਹਲ ਕਿਤ ਜਾਏ। ਤੋਪਾਂ ਤੇ ਹੋਰ ਵੱਡੀਆਂ ਰਹਿਕਲੇ ਜਿਹੜੇ ਨੇ ਜੋੜੇ ਹੋਏ ਨੇ, ਰਾਹ ਹੀ ਕੋਈ ਨਹੀਂ ਵਿੱਚੋਂ ਲੰਘ ਕੇ ਜਾਣ ਦਾ। ਚੌਪਈ ਕੋ ਕਏ ਕੋ ਰਾਹ ਤਕਾਓ। ਕੋਈ ਕਹਿਣ ਲੱਗਾ ਉਹ ਰਾਹ ਵੇਖੋ ਕਿਤੇ ਕਿਤੇ ਲੰਘਣ ਦਾ। ਥੋੜੀ ਫੌਜ ਵੱਲੋਂ ਨੱਠ ਜਾਓ। ਕਹਿੰਦੇ ਜਿੱਧਰ ਥੋੜੀ ਫੌਜ ਹੋਵੇ ਉਸ ਪਾਸੋਂ ਨੱਠ ਚੱਲੀਏ। ਕੋ ਕਏ ਦਰਿਆ ਮੈਂ ਵੜੋ। ਕੋਈ ਕਹਿਣ ਲੱਗਾ ਆਪਾਂ ਦਰਿਆ 'ਚ ਵੜ ਚੱਲੀਏ, ਜੇ ਤਰ ਗਏ ਤਰ ਕੇ ਨਿਕਲ ਜਾਾਂਗੇ, ਨਹੀਂ ਤਾਂ ਜੇ ਸ਼ਹੀਦੀ ਪਾ ਜਾਵਾਂਗੇ। ਕੋ ਕਏ ਫਿਰ ਪਹਾੜੀ ਚੜੋ। ਕੋਈ ਕਹਿਣ ਲੱਗਾ ਨਹੀਂ ਆਪਾਂ ਜਿਹੜੇ ਦੂਜੇ ਲੰਘੇ ਪਹਾੜੀ ਤੇ ਉਧਰ ਨਾ ਚਲੇ ਚੱਲੀਏ। ਏਦਾਂ ਕਈ ਮਤੇ ਹੋਣ ਲੱਗੇ। ਦੋਹਰਾ ਤਵ ਸੁੱਖਾ ਸਿੰਘ ਨੇ ਕਹਿਓ, ਲੁਕ ਛਿਪ ਕਿਸੇ ਬਚਾਏ। ਭਾਈ ਸੁੱਖਾ ਸਿੰਘ ਜੀ ਕਹਿੰਦੇ ਖਾਲਸਾ ਜੀ ਕਿੰਨਾ ਕਿਧਰ ਲੁਕ ਛਿਪ ਕੇ ਆਪਣਾ ਆਪ ਬਚਾਵਾਂਗੇ। ਲੁਕ ਛਿਪ ਕੇ ਵੀ ਹੁਣ ਆਪਣਾ ਬਚਾ ਨਹੀਂ, ਜਿਹੋ ਜਿਹਾ ਮਾਹੌਲ ਹੈ। ਬਿਨਾ ਲੜਾਈ ਕੇ ਕੀਏ ਹਮਰੋ ਨਾਏ ਨਿਭਾਏ। ਸਿੰਘੋ ਲੜਾਈ ਕੀਤੇ ਬਿਨਾ ਆਪਣਾ ਨਿਭਾ ਨਹੀਂ, ਹੁਣ ਤਾਂ ਲੜ ਕੇ ਹੀ ਆਪਣਾ ਆਪ ਬਚਾ ਹੋਣਾ। ਲੜੇ ਬਿਨਾ ਹੁਣ ਆਪਾਂ ਆਪਣਾ ਆਪ ਨਹੀਂ ਬਚਾ ਸਕਦੇ। ਚੌਪਈ ਸੁੱਖਾ ਸਿੰਘ ਤਵ ਕਿਉ ਪੁਕਾਰੀ। ਸੁੱਖਾ ਸਿੰਘ ਨੇ ਆਵਾਜ਼ ਮਾਰੀ ਉੱਚੀ ਪੁਕਾਰ ਕਰਕੇ, ਆਵੋ ਹਮ ਸੰਗ ਫੌਜ ਸੁਸਾਰੀ। ਆਜੋ ਖਾਲਸਾ ਜੀ ਸਾਰੀ ਫੌਜ ਮੇਰੇ ਨਾਲ। ਮਾਰੋ ਮੋਰਚ ਜੋ ਹੈ ਪਾਰੀ। ਜਿਹੜਾ ਤੁਰਕਾਂ ਦਾ ਸਾਹਮਣੇ ਸਭ ਤੋਂ ਵੱਡਾ ਮੋਰਚਾ, ਇਹਨੂੰ ਮਾਰੀਏ ਪਹਿਲਾਂ। ਵੱਡਾ ਮੋਰਚਾ ਇੱਕ ਵਾਰੀ ਮਾਰ ਲਈਏ। ਅਬ ਨੇ ਕਰੋ ਸੋ ਜਾਨ ਪਿਆਰੀ। ਮੇਰਾ ਬਚਨ ਮੰਨ ਕੇ ਆਜੋ ਨਾਲ, ਹੁਣ ਆਪਣੀ ਜਾਨ ਪਿਆਰੀ ਨਾ ਕਰੋ। ਯੋਂ ਕੈ ਸਿੰਘਨ ਤੀਰ ਤਰਾਈ। ਬਸ ਗੱਲ ਸੁਣਦੇ ਆ ਸੁੱਖਾ ਸਿੰਘ ਜਿਹੜੇ ਕਹਿੰਦੇ ਸੀ ਸਾਡੇ ਕੋਲ ਲੜਨ ਦੀ ਤਾਣ ਤਾਕਤ ਨਹੀਂ ਰਹੀ। ਸੁੱਖਾ ਸਿਆ
ਜਦੋਂ ਸੁੱਖਾ ਸਿੰਘ ਨੇ ਹੌਸਲਾ ਦਿੱਤਾ, ਖਾਲਸਾ ਜੀ ਲੜੇ ਬਿਨਾਂ ਨਹੀਂ ਆਪਣਾ ਆਪ ਬਚਾ ਹੋਣਾ, ਆ ਵੱਡਾ ਮੋਰਚਾ ਮਾਰੀਏ ਤੁਰਕਾਂ ਦਾ ਸਾਹਮਣੇ ਵਾਲਾ। ਇਹ ਸੁਣਦਿਆਂ ਬਾਕੀਆਂ 'ਚ ਵੀ ਕਰੰਟ ਆ ਗਿਆ, ਇੱਕਦਮ ਵੀਰ ਰਸ ਵਿੱਚ ਆ ਗਏ, ਪਤਾ ਨਹੀਂ ਕਿੱਧਰੋਂ ਤਾਕਤ ਆ ਗਈ। ਪਰ ਉਹ ਮੋਰਚੇ ਉੱਪਰ ਜਾਈ, ਜਿਹੜਾ ਵੱਡਾ ਮੋਰਚਾ ਸੀ ਇੱਕ ਪਾਸੇ ਤੁਰਕਾਂ ਦਾ, ਜਿਹੜਾ ਉਹਨਾਂ ਦੇ ਚੰਗੇ ਚੋਣਵੇਂ ਯੋਧਿਆਂ ਦਾ, ਉਸ ਪਾਸੇ ਸਿੰਘ ਗਏ। ਆਗੇ ਤੋਂ ਸੋ ਦੂਰ ਸੋ ਪਏ, ਉਹ ਕਹਿੰਦੇ ਅੱਗੇ ਤੋਂ ਥੋੜੇ ਜਿਹੇ ਦੂਰ ਹੋ ਗਏ। ਦਿਓ ਰਾਹ ਛੱਡ ਨੱਟ ਨੱਟ ਗਏ। ਉਹਨਾਂ ਨੇ ਵੇਖਿਆ ਆਪਾਂ ਕਿਉਂ ਮਰਦੇ, ਇਹਨਾਂ ਨੇ ਤਾਂ ਹੁਣ ਜਾਣਾ ਹੀ ਆ, ਭਜਦੇ ਮਾਰ ਕੇ ਹੀ ਜਾਣਗੇ, ਇਦਾਂ ਤਾਂ ਇਹ ਜਾਂਦੇ ਨਹੀਂ। ਉਹਨਾਂ ਨੇ ਆਪੇ ਹੀ ਰਾਹ ਛੱਡ ਦਿੱਤਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਿਹੜੇ ਅੱਗੇ ਮੋਰਚਾ ਲਾ ਕੇ ਰਾਹ ਰੋਕੀ ਖੜੇ ਸੀ ਨਾ ਸਿੰਘਾਂ ਨੇ, ਜਦੋਂ ਵੇ ਸਿੱਧਾ ਹਿੱਕ 'ਚ ਹੀ ਵੱਜਣਾ ਹੁਣ ਜਾ ਕੇ, ਜਾਂ ਮਾਰਾਂਗੇ ਜਾਂ ਮਰਾਂਗੇ, ਗੱਲ ਤਾਂ ਇੱਕੋ ਹੀ ਹੈ। ਜਦੋਂ ਹੱਲਾ ਕੀਤਾ, ਅਕਾਲ ਅਕਾਲ ਕਹਿ ਕੇ ਜਦੋਂ ਜਕਾਰੇ ਗਜਾ ਕੇ ਹੱਲੇ ਕੀਤੇ ਨਾ, ਇਹਨੂੰ ਹੱਲਾ ਕਹਿੰਦੇ ਆ। ਜਦੋਂ ਹੱਲਾ ਕੀਤਾ, ਜਕਾਰਿਆਂ ਦੀ ਗੂੰਜ ਸੁਣ ਕੇ ਹੀ ਉਹਨਾਂ ਨੂੰ ਇਦਾਂ ਜਾਪੇ ਵੀ ਪਤਾ ਨਹੀਂ ਪਿੱਛੋਂ ਕਿੰਨੇ ਕੁ ਹੋਰ ਆਉਂਦੇ ਨੇ। ਉਹਨਾਂ ਨੇ ਤੁਰਕਾਂ ਨੇ ਉਹ ਮੋਰਚਾ ਹੀ ਛੱਡ ਦਿੱਤਾ, ਉਹ ਰਾਹ ਛੱਡ ਕੇ ਪਾਸੇ ਹਟ ਗਏ। ਸਿੰਘ ਨਿਕਲ ਗਏ ਵਿੱਚੋਂ ਹੱਲਾ ਕਰਕੇ। ਜੋ ਅੜਿਆ ਸੋ ਲੀਨੋ ਮਾਰ, ਜਿਹੜਾ ਕੋਈ ਮਾੜਾ ਮੋਟਾ ਅੜਿਆ ਉਹ ਮਾਰ ਝਟਕਿਆ। ਉਨਕੇ ਲੀਨੇ ਲੂਟ ਹਥਿਆਰ, ਉਹਨਾਂ ਦੇ ਹਥਿਆਰ ਖੋਹ ਲਏ ਜਾਂਦਿਆਂ ਜਾਂਦਿਆਂ ਸਿੰਘਾਂ ਨੇ। ਜਿਹੜਾ ਕੋਈ ਮਾਰਿਆ ਉਹਦੀ ਤਲਵਾਰ ਕਿਸੇ ਦੀ ਚੰਗੀ, ਕੋਈ ਬੰਦੂਕ ਸੀ, ਇਹਦੀ ਲੋੜ ਸੀ ਜੰਗ ਦੇ ਮੈਦਾਨ 'ਚ, ਸਿੰਘਾਂ ਦੀਆਂ ਤਲਵਾਰਾਂ ਦਾ ਖੁੰਡੀਆਂ ਹੋ ਗਈਆਂ ਸੀ। ਉਹ ਜਿਹੜਾ ਕੋਈ ਹਥਿਆਰ ਹੱਥ ਲੱਗਾ ਲੈ ਗਏ ਸਿੰਘ, ਜੇ ਕੋਈ ਚੰਗਾ ਘੋੜਾ ਦਾ ਲੱਗਾ ਉਹ ਲੈ ਗਏ। ਅੱਗੇ ਬੇਲਾ ਲਿਓ ਤਕਾਏ, ਅੱਗੇ ਬੇਲਾ ਸੀ ਜੰਗਲ ਦਾ, ਉਹ ਸਿੰਘਾਂ ਨੇ ਵੇਖਿਆ। ਜਾਏ ਵੜੇ ਸਭ ਤਿਸ ਕੇ ਮਾਏ, ਉਹਦੇ ਵਿੱਚ ਸਿੰਘ ਜਾ ਵੜੇ। ਜਿਸਈ ਰਾਹ ਸੁੱਖਾ ਸਿੰਘ ਗਇਓ, ਜਿਸ ਰਾਹ ਸੁੱਖਾ ਸਿੰਘ ਜੀ ਗਏ, ਤਿਸਈ ਪਾਛੇ ਬੋਦਲ ਪਇਓ। ਉਹਨਾਂ ਦੇ ਪਿੱਛੇ ਪਿੱਛੇ ਸਾਰੇ ਸਿੰਘ ਚੱਲ ਪਏ। ਸੁੱਖਾ ਸਿੰਘ ਜਾਂਦਾ ਜਾਂਦਾ ਵੀ ਨਿਗਾਹ ਮਾਰ ਮਾਰ ਜਾਂਦਾ ਵੀ ਮੈਨੂੰ ਲਾਲ ਅੰਬਾਰੀ ਵਾਲਾ ਕਿਤੇ ਹਾਥੀ ਦਿਸ ਜੇ ਸਹੀ। ਨਿਗਾਹ ਉਹਦੀ ਫਿਰ ਵੀ ਢੂੰਡਦੀ ਹੈ, ਪਰ ਲੱਖੂ ਨਜ਼ਰ ਨਹੀਂ ਆਇਆ। ਫਿਰ ਭਾਈ ਸੁੱਖਾ ਸਿੰਘ ਜੀ ਨੂੰ ਜਾਣਾ ਪਿਆ। ਬੇਲੇ 'ਚ ਜਦੋਂ ਗਏ, ਪਿੱਛੇ ਪਿੱਛੇ ਸਾਰੇ ਸਿੰਘ ਚਲੇ ਗਏ। ਫਿਰ ਦੁਵੱਲੋਂ ਤੁਰਕ ਜੋ ਆਏ, ਦੁਵੱਲਿਓਂ ਦੋਹਾਂ ਪਾਸਿਓਂ ਤੁਰਕ ਆ ਗਏ। ਸਿੰਘਨ ਪਿੱਛਾ ਲਿਓ ਦਬਾਏ, ਉਹਨਾਂ ਨੇ ਸਿੰਘਾਂ ਦੇ ਫਿਰ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ, ਪਿੱਛਾ ਦੱਬ ਲਿਆ। ਦੋਹੋਂ ਵੱਲ ਤੇ ਤੋਪ ਸ਼ਸਤਰ ਚੱਲੇ, ਹੁਣ ਸੱਜੇ ਖੱਬੇ ਦੋਹਾਂ ਪਾਸੇ ਤੁਰਕ ਸੀ, ਵਿੱਚ ਸਿੰਘ ਜਾ ਰਹੇ ਨੇ। ਤੋਪਾਂ ਚਲਾਣ ਲੱਗੇ, ਗੋਲੀਆਂ ਚਲਾਣ ਲੱਗੇ। ਉੱਪਰ ਸਿੰਘਨ ਕਰ ਪਏ ਸੋ ਹੱਲੇ, ਔਰ ਹੱਲੇ ਕਰ ਕਰਕੇ ਸਿੰਘਾਂ ਤੇ ਪੈਣ ਲੱਗੇ। ਦੋਹੋਂ ਵੱਲ ਤੇ ਤੋਪ ਚਲਾਵੇ, ਦੋਹਾਂ ਪਾਸਿਓਂ ਤੋਪਾਂ ਚੱਲਦੀਆਂ ਨੇ। ਮਦ ਸਿੰਘਨ ਕੇਰ ਤੁਰਕ ਸੋ ਕਾਵੇ, ਵਿੱਚ ਘੇਰ ਕੇ ਸਿੰਘਾਂ ਨੂੰ ਮਾਰਦੇ ਹਨ। ਜੋ ਸਿੰਘ ਆਏ ਕਰਕੇ ਗੱਠ, ਜਿਹੜੇ ਸਿੰਘ ਤਾਂ ਇਕੱਠੇ ਹੋ ਕੇ ਆਏ ਤੇ ਲੰਗੇ ਉਨ ਲਾ ਕੇ ਸੱਟ, ਉਹ ਤਾਂ ਮਾਰ ਕੇ ਤੁਰਕਾਂ ਨੂੰ ਸੱਟ ਲਾ ਕੇ ਲੰਘ ਗਏ। ਜੋ ਪਿੱਛੇ ਤੇ ਲੀਨੇ ਤੋਂ, ਜਿਹੜੇ ਸਿੰਘ ਤੋੜਲੇ ਵਿੱਚੋਂ ਜਥੇ ਦੇ ਵਿੱਚੋਂ ਕੱਲਾ ਦੁਕੱਲਾ ਪਿੱਛੇ ਕਾਬੂ ਆ ਗਿਆ। ਤੇ ਮਾਰੇ ਸਾਰੇ ਉਨ ਜੋੜ, ਇਹਨਾਂ ਨੇ ਉਹਨਾਂ ਸਾਰੇ ਸਿੰਘ ਜਿਹੜੇ ਕੱਲੇ ਦੁਕੱਲੇ ਰਹਿ ਗਏ ਪਿੱਛੇ, ਉਹ ਇਹਨਾਂ ਨੇ ਮਾਰ ਦਿੱਤੇ। ਦੋਹਰਾ ਅਗਲੇ ਕਈ ਪਿਛਲੇ ਪਲੇ, ਪਿਛਲੇ ਅਗਾਹਾਂ ਤਕਾਏ। ਸੁੱਖਾ ਸਿੰਘ ਦੋ ਚੋਪਈ ਸੁੱਖਾ ਸਿੰਘ ਮੁੜ ਖੜੇ ਰਲਾਵੇ। ਭਾਈ ਸੁੱਖਾ ਸਿੰਘ ਜੀ ਖੜ ਕੇ ਫਿਰ ਵੀ ਰਲਾਉਂਦੇ। ਉਹ ਅੱਗੇ ਉਹਨਾਂ ਨੂੰ ਇਹ ਨਹੀਂ ਵੀ ਮੈਂ ਭੱਜ ਜਾਵਾਂ ਅੱਗੇ, ਉਹ ਫਿਰ ਵੀ ਖੜ ਕੇ ਪਿਛਲੇ ਸਿੰਘਾਂ ਨੂੰ ਨਾਲ ਰਲਾਉਂਦੇ ਨੇ। ਬਹੁਤ ਫੌਜ ਸੋ ਨਾਈ ਬਸਾਵੇ, ਪਰ ਤੁਰਕਾਂ ਦੀ ਫੌਜ ਬਹੁਤ ਜ਼ਿਆਦਾ, ਵਸ ਨਹੀਂ ਚੱਲਦਾ। ਲੜਤ ਪਿੜਤ ਕਛ ਵੜੇ ਸੋ ਚੱਲ, ਇਹ ਤਾਂ ਲੜਦਿਆਂ ਭਿੜਦਿਆਂ ਜੰਗਲ ਦੀ ਝੱਲ 'ਚ ਸਿੰਘ ਜਾ ਵੜੇ। ਤੁਰਕ ਵੜੇ ਤੈ ਮਗਰੇ ਚੱਲ, ਪਿੱਛੇ ਤੁਰਕ ਵੀ ਜਿਹੜੇ ਮੂੰਹ ਤਾਣੇ ਹੋਏ ਦੌੜੇ ਜਾਂਦੇ ਸੀ ਵੜੇ। ਜੋ ਤੁਰਕਨ ਕੇ ਹੱਥ ਸੋ ਆਇਓ, ਜਿਹੜਾ ਸਿੰਘ ਕੋਈ ਤੁਰਕਾਂ ਦੇ ਹੱਥ ਆ ਗਿਆ, ਤੁਰਤ ਫੁਰਤ ਉਨ ਮਾਰ ਗਵਾਇਓ। ਤੁਰਤ ਫੁਰਤ ਉਹਨਾਂ ਸਿੰਘਾਂ ਨੂੰ ਮਾਰ ਦਿੱਤਾ। ਈਓ ਗਮਨ ਸਿੰਘਨ ਵੱਲ ਚੱਲ, ਤੇ ਜਿਹੜਾ ਕੋਈ ਤੁਰਕ ਝੱਲ 'ਚ ਵੜ ਗਿਆ ਭੁਲੇਖੇ ਨਾਲ, ਪਿੱਛੇ ਮੂੰਹ ਤਾਣਾ ਹੋ ਕੇ, ਰਤਨ ਸਿੰਘ ਕਹਤੇ ਨੇ ਅਬ ਗੱਲ, ਕਹਿੰਦੇ ਉਹਨਾਂ ਨੂੰ ਸਿੰਘਾਂ ਨੇ ਮਾਰ ਮੁਕਾਇਆ।
ਉਹਨਾਂ ਨੂੰ ਸਿੰਘਾਂ ਨੇ ਮਾਰ ਕੇ ਖਤਮ ਕਰ ਦਿੱਤਾ। ਸਿੰਘਨ ਚੱਲ ਵੜ ਪੈ ਗਈ ਰਾਤ, ਕਹਿੰਦੇ ਸਿੰਘ ਝੱਲ ਵਿੱਚ ਜਦੋਂ ਵੜੇ ਤੇ ਇੰਨੇ ਨੂੰ ਰਾਤ ਪੈ ਗਈ। ਤੁਰਕ ਫੌਜ ਪਈ ਡੇਰੋ ਜਾਤ, ਤੇ ਤੁਰਕਾਂ ਦੀਆਂ ਫੌਜਾਂ ਆਪੋ ਆਪਣੇ ਡੇਰਿਆਂ ਤੇ ਚਲੀਆਂ ਗਈਆਂ। ਸਿੰਘਨ ਚੱਲ ਮੈਂ ਪਾਇਓ ਗ੍ਰਾਮ, ਹੁਣ ਸਿੰਘਾਂ ਦਾ ਝੱਲ ਦੇ ਵਿੱਚ ਡੇਰਾ ਹੀ ਇੱਥੇ ਝੱਲਾਂ ਜੰਗਲਾਂ ਵਿੱਚ ਹੁੰਦਾ ਸੀ, ਪੜਾਅ ਬਣੇ ਹੋਏ ਸੀ ਜੰਗਲ ਵਿੱਚ। ਲੂਟ ਕੂਟ ਤੈਂ ਕੀਓ ਬਿਸਰਾਮ, ਉੱਥੇ ਕਹਿੰਦੇ ਕੋਈ ਨੇੜੇ ਤੇੜੇ ਇੱਕ ਅੱਧਾ ਪਿੰਡ ਜਾ ਕੇ ਸਿੰਘਾਂ ਨੇ ਲੁੱਟ ਮਾਰ ਕੀਤੀ ਤੇ ਵਿਸ਼ਰਾਮ ਕੀਤਾ ਕੁਝ ਸਮੇਂ ਲਈ। ਸਾਰੇ ਦਿਨ ਦੇ ਲੜਦਿਆਂ ਨੇ ਆਦੀ ਰਹਿਨ ਤਹਾਂ ਤੇ ਤੁਰੇ, ਅੱਧੀ ਕੁ ਰਾਤ ਹੋਈ ਸਿੰਘ ਉੱਥੋਂ ਤੁਰ ਪਏ। ਤੁਰਕ ਫੌਜ ਤੋਂ ਗੈਲੇ ਜੁਰੇ, ਪਰ ਤੁਰਕਾਂ ਨੂੰ ਖਬਰ ਸੀ, ਉਹ ਵੀ ਪਿੱਛੇ ਚੱਲ ਪਏ। ਸਿੰਘਨ ਕੋ ਤੇ ਲਾਗੇ ਖੋਜ, ਸਿੰਘਾਂ ਦੇ ਪੈਰਾਂ ਦੇ ਨਿਸ਼ਾਨ ਵੇਖ ਕੇ ਉਹ ਵੀ ਪਿੱਛੇ ਪਿੱਛੇ ਚੱਲੇ। ਡਿੱਗੇ ਟੱਠੇ ਕੋ ਮਾਰੇ ਸੋਜ, ਰਾਤ ਕਈ ਸਿੰਘ ਜ਼ਖਮੀ ਹਾਲਤ ਚ ਡਿੱਗੇ, ਟੱਠਿਆਂ ਨੂੰ ਇਹਨਾਂ ਨੇ ਮਾਰਿਆ। ਥੱਕੇ ਭੁੱਖੇ ਨੰਗੇ ਥੇ ਖਰੇ, ਸਿੰਘ ਥੱਕੇ ਹੋਏ, ਤਨ ਤੇ ਕੱਪੜਾ ਨਹੀਂ, ਭੁੱਖੇ ਪੈਰ ਫਟੇ ਹੋਏ ਨੇ। ਥੋੜੇ ਥੋੜੇ ਜਾਤ ਥੇ ਤੁਰੇ, ਥੋੜੇ ਥੋੜੇ ਤੁਰਦੇ ਸੀ ਸਿੰਘ, ਉਹ ਇਹਨਾਂ ਨੇ ਮਾਰੇ ਜਾ ਕੇ। ਮਲੇਛਾਂ ਨੇ ਮਰਿਆਂ ਨੂੰ ਹੀ ਇੱਕ ਤਰੀਕੇ ਨਾਲ ਮਾਰਿਆ। ਆਏ ਫੌਜ ਨੇ ਤੈਂ ਫਿਰ ਘੇਰੇ, ਕਹਿੰਦੇ ਫਿਰ ਫੌਜ ਆਈ ਤੇ ਘੇਰੇ 'ਚ ਨਹੀਂ ਪਏ ਸਿੰਘ। 300 ਲਰਨ ਸਿੰਘ ਫਿਰ ਫਿਰੇ, ਸਿੰਘ ਫਿਰ ਫਿਰ ਕੇ ਲੜਦੇ ਹਨ। ਜੋ ਚੱਲ ਕੇ ਅੰਦਰ ਆਇਓ, ਜਿਹੜਾ ਕੋਈ ਤੁਰਕ ਝੱਲ ਦੇ ਅੰਦਰ ਆ ਗਿਆ, ਸੋ ਸਿੰਘਨ ਲੈ ਲਿਓ ਦਬਾਇਓ, ਉਹ ਸਿੰਘਾਂ ਨੇ ਮਾਰ ਮੁਕਾਇਆ। ਚੱਲੋ ਬਾਹਰ ਸਿੰਘ ਜਿਨ ਪਾਇਓ, ਤੇ ਜੇ ਜੰਗਲ 'ਚੋਂ ਬਾਹਰ ਕੋਈ ਸਿੰਘ ਦਿਸ ਪਿਆ ਤੁਰਕਾਂ ਨੂੰ, ਸੋ ਉਹਨੇ ਮਾਰ ਉਹ ਖਪਾਇਓ, ਤੁਰਕਾਂ ਨੇ ਮਾਰ ਕੇ ਖਪਾ ਦਿੱਤਾ। ਅਬੇ ਖਾਲਸੇ ਮਤਾ ਪਕਾਇਆ, ਖਾਲਸੇ ਨੇ ਹੁਣ ਮਤਾ ਪਕਾਇਆ। ਨੱਠ ਖਾਲਸੋ ਜਾਣ ਕਦ ਪਾਇਆ, ਹੁਣ ਨੱਠ ਕੇ ਜਾਣ ਦਾ ਸਮਾਂ ਕਿੱਥੇ ਹੈ? ਮੁੜ ਮੁੜ ਲੜੋ ਉਹ ਤੁਰਤੇ ਜਾਵੋ, ਕਹਿੰਦੇ ਮੁੜ ਮੁੜ ਕੇ ਲੜਦੇ ਜਾਓ ਤੇ ਤੁਰਦੇ ਜਾਓ, ਥੋੜਾ ਜਿਹਾ ਲੜੋ ਤੇ ਥੋੜਾ ਜਿਹਾ ਤੁਰ ਪੋ, ਇਸੇ ਤਰੀਕੇ ਨਾਲ ਹੀ ਚੱਲਿਆ ਜਾਵੇਗਾ। ਔਰ ਵੱਡਾ ਕੋ ਚੱਲ ਤਕਾਵੋ, ਇਹ ਛੋਟਾ ਜੰਗਲ ਸੀ, ਕਹਿੰਦੇ ਅੱਗੇ ਕੋਈ ਵੱਡਾ ਸੰਘਣਾ ਜੰਗਲ ਹੋਵੇ, ਉਹ ਚੱਲ ਕੇ ਤੱਕੀਏ ਜਿੱਥੇ ਤੁਰਕ ਨਾ ਜਾ ਸਕਣ। ਇਸ ਤਰੀਕੇ ਨਾਲ ਸਿੰਘ ਨਿਕਲ ਰਹੇ ਨੇ ਛੋਟੇ ਘੱਲੂ ਘਾਰੇ ਦੇ ਦੌਰਾਨ। ਦਰਿਆ ਦੀ ਬਰੇਤੀ ਦੇ ਵਿੱਚੋਂ ਦੀ ਸਿੰਘ ਜਿਹੜੇ ਦਰਿਆ ਪਾਰ ਕਰਕੇ ਗਏ ਨਾ, ਤਪਦੀ ਗਰਮੀ ਸੀ, ਜੇਠ ਦਾ ਮਹੀਨਾ ਸੀ ਤੇ ਬਰੇਤੀ ਤਪ ਰਹੀ ਸੀ। ਇੰਨੀ ਜ਼ਿਆਦਾ ਤਪਦੀ ਸੀ ਕਿ ਪੈਰ ਸੜਦੇ ਸਨ ਸਿੰਘਾਂ ਦੇ, ਪੈਰਾਂ 'ਚ ਜੋੜੇ ਨਹੀਂ ਸੀ। ਤੇ ਜੇ ਪੈਰ ਸੜਦੇ ਥੱਲੇ ਬਹਿ ਜਾਣਾ ਤੇ ਪੁੜੇ ਸੜਦੇ, ਕੱਪੜਾ ਲੈ ਕੇ ਪੈਰਾਂ ਤੇ ਲਪੇਟ ਲਪੇਟ ਕੇ ਕੋਈ ਘਿਸਰ ਕੇ ਜਾਂਦਾ। ਬੜਾ ਔਖਾ ਸਮਾਂ ਖਾਲਸੇ ਦੇ ਉੱਤੇ ਸੀਗਾ। ਇਹ ਛੋਟਾ ਘੱਲੂ ਘਾਰਾ ਹੈ। ਰਹਿੰਦਾ ਪ੍ਰਸੰਗ ਆਪ ਜੀ ਅਗਲਿਆਂ ਪ੍ਰਕਰਣਾਂ 'ਚ ਸਰਵਣ ਕਰੋਗੇ। ਗੁਰੂ ਪੰਥ ਦਾ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਹੈ ਅਚੁੱਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣ ਤਾਸ ਸੰਗੀ ਹੈ ਨਿਰੰਕਾਰ ਏ ਨਿਰਗੁਣ ਸਭ ਟੇਕ ਗੋਬਿੰਦ ਹੈ ਗੁਣ ਨਿਧਾਨ ਜਾਂ ਕੇ ਸਦਾ ਬਬੇਕ ਪਰੰਪਰ ਹਰ ਹਰੇ ਐ ਪੀਓਵਣ ਹਾਰੇ ਸੰਤ ਹੈ ਕੈ ਸਦਾ ਸੰਗ ਨਿਧਾਰਾ ਆਧਾਰ ਠਾਕੁਰ ਹਉ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀਜੈ ਨਾਮ ਦਾਨ ਰਾਖੋ ਹੀ ਐ ਪਰੋਏ ਆਏ ਪ੍ਰਭ ਸ਼ਰਣਾਗਤੀ ਕਿਰਪਾ ਨਿਧ ਦਿਆਲ
ਏਕ ਅੱਖਰ ਹਰ ਮਨ ਬਸਤ। ਨਾਨਕ ਓਤ ਨਿਆਲ ਵਾਹਿਗੁਰੂ ਨਾਮ ਜਹਾਜ ਹੈ। ਚੜੇ ਸੋ ਤੇਰੇ ਪਾਰ ਜੋ ਸ਼ਰਦਾ ਕਰ ਸੇਵੰਦੇ। ਗੁਰ ਪਾਰੇ ਉਤਾਰ ਨਿਆਰ ਵਾਹਿਗੁਰੂ ਨਾਮ ਜਹਾਜ ਹੈ। ਚੜੇ ਸੋ ਤੇਰੇ ਪਾਰ ਜੋ ਸ਼ਰਦਾ ਕਰ ਸੇਵੰਦੇ। ਗੁਰ ਪਾਰੇ ਉਤਾਰ ਨਿਆਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਏਕ ਓੰਕਾਰ ਸਤਿਨਾਮ ਕਰਤਾ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਏਕ ਓੰਕਾਰ ਸਤਿਨਾਮ ਕਰਤਾ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਏਕ ਓੰਕਾਰ ਸਤਿਨਾਮ ਕਰਤਾ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਏਕ ਓੰਕਾਰ ਸਤਿਨਾਮ ਕਰਤਾ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੀ ਸਰਬਤ ਦਾ ਨਾਮ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ